ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਇੱਕ ਵਾਰੀ ਫੇਰ ਤੋਂ ਸਵਾਗਤ। ਦੋਸਤੋ, ਜਿੱਦਾਂ ਆਪਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਜ਼ਿਕਰ ਕੀਤਾ ਸੀ, ਆਪਾਂ ਅੱਜ ਗੱਲਬਾਤ ਕਰਨੀ ਹੈ ਸਰਦਾਰ ਬਲਦੀਪ ਸਿੰਘ ਹੁਣਾਂ ਨਾਲ ਤੇ ਸਰਦਾਰ ਗੁਰਪ੍ਰੀਤ ਸਿੰਘ ਸੋਤਾ ਹੁਣਾਂ ਨਾਲ ਕਿ ਇਲੈਕਸ਼ਨ ਦੇ ਵਿੱਚ ਇਸ ਵੇਲੇ ਕੀ ਸਥਿਤੀ ਆ, ਕਿਹੜੀ ਪਾਰਟੀ ਅੱਗੇ ਆ। ਆਪਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਡਿਸਕਸ ਵੀ ਕਰਕੇ ਹਟੇ ਆ ਕਿ ਕੀ ਇਸ ਵੇਲੇ ਨੰਬਰ ਕਹਿ ਰਹੇ, ਅੰਕੜੇ ਕੀ ਕਹਿ ਰਹੇ ਆ, ਕਿੰਨਾ ਤੇ ਯਕੀਨ ਕੀਤਾ ਜਾ ਸਕਦਾ। ਜਿੱਦਣ ਇਲੈਕਸ਼ਨ ਅਨਾਊਂਸ ਹੋਈ ਸੀ ਬੜਾ ਕਲੀਅਰ ਜਿਹਾ ਲੱਗ ਰਿਹਾ ਸੀ ਕਿ ਲਿਬਰਲ ਨੂੰ ਮੈਜੋਰਟੀ ਮਿਲ ਜਾਣੀ ਹੈ, ਟਰੂਡੋ ਸਾਹਿਬ ਫੇਰ ਪ੍ਰਧਾਨ ਮੰਤਰੀ ਬਣ ਜਾਣੇ। ਕਾਰਨ ਉਹਦਾ ਬੜਾ ਸਪਸ਼ਟ ਆ ਰਿਹਾ ਸੀ ਕਿ ਪੈਂਡੈਮਿਕ ਨੂੰ ਬਹੁਤ ਵਧੀਆ ਹੈਂਡਲ ਕੀਤਾ ਗਿਆ, ਲੋਕਾਂ ਕੋਲੇ ਪੈਸਾ ਆ, ਲੋਕ ਇਸ ਗੱਲ ਦੀ ਸਪੋਰਟ ਕਰਦੇ ਆ। ਸਥਿਤੀਆਂ ਕੁਛ ਕੰਪਨੀਆਂ ਦੁਆਰਾ ਕੀਤੇ ਗਏ ਸਰਵੇਜ਼ ਅਨੁਸਾਰ ਬਦਲ ਰਹੀਆਂ। ਅਸਲ ਦੇ ਵਿੱਚ ਕੀ ਆ ਆਪਾਂ ਜਾਣਦੇ ਹਾਂ, ਗੱਲਬਾਤ ਕਰਦੇ ਹਾਂ। ਬਲਦੀਪ ਸਿੰਘ ਜੀ ਤੇ ਗੁਰਪ੍ਰੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਬਲਦੀਪ ਸਿੰਘ ਜੀ, ਕੀ ਲੱਗਦਾ ਇਸ ਵੇਲੇ, ਆਪਾਂ ਹਫ਼ਤਾ ਪਹਿਲਾਂ ਵੀ ਗੱਲਬਾਤ ਕੀਤੀ ਸੀ, ਟਰੂਡੋ ਸਾਹਿਬ ਹੋਰ ਮਜ਼ਬੂਤ ਹੋ ਰਹੇ ਆ ਜਾਂ ਐਰਨ ਓਟੂਲ ਹੋਰ ਮਜ਼ਬੂਤ ਹੋ ਰਹੇ ਆ? ਦੇਖੋ, ਜਿਹੜੇ ਪੋਲਸ ਆ ਰਹੀਆਂ ਉਹਦੇ ਤੋਂ ਲੱਗਦਾ ਕਿ ਐਰਨ ਓਟੂਲ ਥੋੜ੍ਹਾ ਬਹੁਤ ਅੱਗੇ ਜਿਹੜੀ ਹੈਗੀ ਉਹਨੂੰ ਲੀਡ ਦੇ ਵਿੱਚ ਜਾ ਰਿਹਾ ਜੀ, 2 ਜਾਂ 3%। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਅੱਜ ਜਿੱਦਾਂ ਲਿਬਰਲ ਨੇ ਆਪਣਾ ਪੂਰਾ ਪਲੇਟਫਾਰਮ ਹਜੇ ਡਿਕਲੇਅਰ ਨਹੀਂ ਕੀਤਾ, ਉਹ ਵੀ ਇੱਕ ਬਹੁਤ ਵੱਡਾ ਮੇਜਰ ਫੈਕਟਰ ਹੋ ਸਕਦਾ। ਸੋ ਲੋਕ ਜਿਹੜੇ ਅਫਗਾਨ ਦੀ ਸਥਿਤੀ ਹੈਗੀ ਉਹਨੂੰ ਵੀ ਬਹੁਤ ਤਿੱਖੀ ਅੱਖ ਰੱਖ ਕੇ ਵੇਖਦੇ ਪਏ ਕਿ ਟਰੂਡੋ ਸਰਕਾਰ ਉਹਦੇ ਵਿੱਚ ਕੀ ਐਕਸ਼ਨ ਕਰਦੀ ਆ। ਸੋ ਇਹਨਾਂ 2-4 ਗੱਲਾਂ ਦੇ ਕਰਕੇ ਹਜੇ ਜਿਹੜਾ ਹੈਗਾ ਉਹ ਜਿਹੜੀਆਂ ਲੀਡਸ ਹੈਗੀਆਂ ਉਹ ਉੱਪਰ ਥੱਲੇ ਹੋ ਰਹੀਆਂ। ਪਰ ਫਿਰ ਹਫ਼ਤਾ ਪਹਿਲਾਂ ਸਿਚੁਏਸ਼ਨ ਹੋਰ ਸੀਗੀ, ਹੁਣ 2% ਉੱਤੇ ਆ। ਹੋ ਸਕਦਾ ਕੱਲ੍ਹ ਨੂੰ ਕੋਈ ਚੀਜ਼ ਹੋਵੇ ਤੇ ਉਹਦੇ ਨਾਲ ਕੋਈ ਲੀਡ ਹੈਗੀ ਹੋਰ ਕੋਈ ਡਿਫਰੈਂਟ ਵੀ ਹੋ ਸਕਦੀ ਹੈ। ਐਨਡੀਪੀ ਦੀ ਕੀ ਪੋਜੀਸ਼ਨ ਹੈ ਸਾਰੇ ਕੁਝ ਦੇ ਵਿੱਚ? ਐਨਡੀਪੀ ਦਾ ਗ੍ਰਾਫ ਪਹਿਲਾਂ ਠੀਕ ਲੱਗਦਾ ਸੀਗਾ, ਪਰ ਹੁਣ ਪਹਿਲਾਂ 17% ਤੋਂ 20% ਤੇ ਚਲੇ ਗਏ ਸੀਗੇ, ਪਰ ਹੁਣ ਫਿਰ 19% ਤੇ ਆ ਗਏ ਜੀ। ਸੋ ਉਹ ਵੀ ਜਿਹੜਾ ਗ੍ਰਾਫ ਹੈਗਾ ਥੱਲੇ ਜਾ ਰਿਹਾ ਜੀ। ਪਰ ਜਿੰਨੀ ਵੀ ਐਨਡੀਪੀ ਦਾ ਨੁਕਸਾਨ ਹੋ ਰਿਹਾ ਉਹਨਾਂ ਬੈਨੀਫਿਟ ਲਿਬਰਲ ਨੂੰ ਹੋਵੇਗਾ ਜੀ। ਜਿਹੜੀ ਐਨਡੀਪੀ ਦੀ ਵੋਟ ਆ ਲਿਬਰਲ ਦੀ, ਉਹ ਹੀ ਖਰਾਬ ਹੋ ਰਹੀ ਹੈ 100% ਜੀ, ਬਿਲਕੁਲ। ਗੁਰਪ੍ਰੀਤ ਸਿੰਘ ਜੀ, ਕੀ ਲੱਗਦਾ ਹੁਣ ਦੀ ਸਥਿਤੀ ਦੀ? ਆਪਾਂ ਪਿਛਲੀ ਵਾਰ ਵੀ ਗੱਲਬਾਤ ਕੀਤੀ, ਸਥਿਤੀਆਂ ਕਿੱਦਾਂ ਬਦਲ ਰਹੀਆਂ? ਦੇਖੋ, ਕਈ ਤਾਂ ਸਰਵੇਖਣ ਹੁੰਦੇ ਆ ਜਿਹੜੇ ਕਿ ਕੁਝ ਜਿਹੀਆਂ ਅਖਬਾਰਾਂ ਜਾਂ ਮੀਡੀਆ ਵੱਲੋਂ ਕਰਾਏ ਜਾਂਦੇ ਆ ਜਿਹਨਾਂ ਦਾ ਕਿਸੇ ਪਾਸੇ ਝੁਕਾਅ ਹੁੰਦਾ। ਕੁਝ ਜਿਹੜੇ ਸਰਵੇਖਣ ਇਹੋ ਜਿਹੇ ਜਿਹੜੇ ਕਿ ਨਿਰਪੱਖ ਜਿਹੜੀਆਂ ਏਜੰਸੀਆਂ ਨੇ ਉਹ ਕਰਾਉਂਦੀਆਂ। ਸੋ ਜਿਹੜਾ ਸਾਰਿਆਂ ਦਾ ਔਸਤ ਕੱਢ ਲਓ ਤਾਂ ਉਹਦੇ ਹਿਸਾਬ ਦੇ ਨਾਲ ਜਿਹੜਾ ਇਸ ਵੇਲੇ ਸਿਰਫ 1% ਦਾ ਫਰਕ ਰਹਿ ਗਿਆ। 32% ਦੇ ਉੱਤੇ ਲਿਬਰਲ ਪਾਰਟੀ ਦੀ ਹਰਮਨ ਪਿਆਰਤਾ ਜਾ ਰਹੀ ਆ ਤੇ 31% ਦੇ ਉੱਤੇ ਕੰਜ਼ਰਵੇਟਿਵ ਪਾਰਟੀ ਵਾਲੇ ਜਿਹੜੇ ਪਹੁੰਚ ਗਏ ਆ। ਜਗਮੀਤ ਸਿੰਘ ਹੁਣੀ 19-20% ਦੇ ਲਾਗੇ ਜਿਹੜੇ ਆ ਉਹ ਚੱਲ ਰਹੇ ਆ। ਸੋ ਜਗਮੀਤ ਸਿੰਘ ਦੀ ਹਰਮਨ ਪਿਆਰਤਾ ਕੋਈ ਬਹੁਤੀ ਘੱਟ ਵੱਧ ਨਹੀਂ ਰਹੀ, ਪਰ ਜਿਹੜੀ ਪਹਿਲਾਂ 24% ਦੇ ਕੰਜ਼ਰਵੇਟਿਵ ਸੀਗੇ ਉਹਨਾਂ ਨੇ ਕਾਫੀ 7% ਦੀ ਲੀਡ ਜਿਹੜੀ ਆ ਉਹ ਵਧਾ ਲਈ ਆ। ਜਿਉਂ-ਜਿਉਂ ਚੋਣਾਂ ਲਾਗੇ ਆ ਰਹੀਆਂ ਉਵੇਂ ਕੰਜ਼ਰਵੇਟਿਵ ਦੀ ਲੀਡ ਜਿਹੜੀ ਵਧਣੀ ਆ ਉਹ ਫਿਰ ਲਿਬਰਲ ਲਈ ਖਤਰਾ ਆ, ਕਿਉਂਕਿ ਹੁਣ ਜਿਹੜੀਆਂ ਸੀਟਾਂ ਵੀ ਦਿੱਤੀਆਂ ਜਾ ਰਹੀਆਂ ਇਕੱਲੇ ਹਲਕੇ ਦਾ ਮੁਲਾਂਕਣ ਕਰਕੇ ਉਹਦੇ ਹਿਸਾਬ ਦੇ ਨਾਲ ਵੀ ਅੱਜ ਜਿਹੜੀ ਆ ਲਿਬਰਲ ਨੂੰ 151 ਸੀਟਾਂ ਦਿੱਤੀਆਂ ਜਾ ਰਹੀਆਂ, ਜਦੋਂ ਕਿ ਮੈਜੋਰਟੀ ਦੇ ਵਾਸਤੇ 170 ਸੀਟਾਂ ਚਾਹੀਦੀਆਂ ਆ। ਸੋ ਜਿਸ ਖਾਤਰ ਉਹਨਾਂ ਨੇ ਇਹ ਚੋਣਾਂ ਕਰਵਾਈਆਂ ਸੀ, ਪਹਿਲਾਂ 300 ਮਿਲੀਅਨ ਦੀ ਗੱਲ ਚੱਲੀ ਕਿ 300 ਮਿਲੀਅਨ ਦਾ ਖਰਚਾ ਹੋਣਾ, ਫਿਰ ਕਹਿੰਦੇ ਜੀ ਨਹੀਂ ਪਿਛਲੀਆਂ ਚੋਣਾਂ ਤੇ 600 ਮਿਲੀਅਨ ਲੱਗ ਗਿਆ ਸੀਗਾ, ਐਤਕੀ ਦਾ ਜਿਹੜੀ ਆ ਮੇਲ ਐਂਡ ਬੈਲਟ ਬਹੁਤ ਮੇਲ ਕਰਨੇ ਪੈਣੇ ਮਿਲੀਅਨ ਦੀ ਗਿਣਤੀ ਵਿੱਚ, ਵੀ 900 ਮਿਲੀਅਨ ਤੱਕ ਵੀ ਖਰਚਾ ਪਹੁੰਚ ਸਕਦਾ ਆ। ਸੋ ਇਹ ਜਿਹੜਾ ਇੱਕ ਸਵਾਲ ਆਪਾਂ ਪਿਛਲੀ ਵਾਰੀ ਚਰਚਾ ਦੇ ਵਿੱਚ ਵੀ ਵਿਚਾਰਿਆ ਸੀਗਾ ਕਿ ਸ਼ਾਇਦ ਚਲੇ ਜਾਵੇ, ਪਰ ਮੈਨੂੰ ਲੱਗਦਾ ਕਿ ਸ਼ਾਇਦ ਇਹ ਸਵਾਲ ਹੀ ਮੁੱਖ ਸਵਾਲ ਬਣ ਜਾਵੇ ਵੀ ਚੋਣਾਂ ਕਰਵਾਉਣ ਦੀ ਜਿਹੜੀ ਲੋੜ ਸੀਗੀ ਤੇ ਇੰਨੀਆਂ ਮਹਿੰਗੀਆਂ ਚੋਣਾਂ ਕਰਵਾਉਣ ਦੀ ਲੋੜ ਸੀ, ਉਸ ਕਰਕੇ ਜਿਹੜਾ ਆ ਕੰਪੀਟੀਸ਼ਨ ਟਫ ਹੋ ਗਿਆ ਆ। ਇੱਕੋ ਗੱਲ ਜਿਹੜੀ ਆ ਲਿਬਰਲ ਪਾਰਟੀ ਦੇ ਹੱਕ 'ਚ ਜਾ ਰਹੀ ਹੈ ਕਿ ਕੰਜ਼ਰਵੇਟਿਵ ਆਗੂ ਜਿਹੜੇ ਆ ਐਰਨ ਓਟੂਲ, ਉਹਨਾਂ ਦੇ ਟੂਲ ਬਾਕਸ ਬਹੁਤੇ ਟੂਲ ਹੈ ਨਹੀਂ ਗੇ। ਅਤੇ ਦੂਜੀ ਗੱਲ ਜਿਹੜੀ ਉਹਨਾਂ ਦੀ ਆਪਣੀ ਪਾਰਟੀ ਆ, ਜਿਹੜੀ ਉਹਨਾਂ ਦੀ ਸੋਚ ਆ, ਉਹਨਾਂ ਦੇ ਨਾਲ ਐਰਨ ਓਟੂਲ ਦੀ ਸੋਚ ਜਿਹੜੀ ਆ ਉਹ ਬਰਾਬਰ ਨਹੀਂ ਚੱਲ ਰਹੀ। ਜਿਵੇਂ ਅਬੋਰਸ਼ਨ ਦਾ ਮਸਲਾ ਆ, ਹਾਊਸਿੰਗ ਅਫੋਰਡੇਬਿਲਿਟੀ ਦਾ ਮਸਲਾ ਆ, ਬਿਆਨ ਅੱਡ ਆ ਰਹੇ ਆ। ਪਰ ਜਿਸ ਹਿਸਾਬ ਦੇ ਨਾਲ ਉਹਨਾਂ ਦੀ ਹਰਮਨ ਪਿਆਰਤਾ ਵੱਧ ਰਹੀ ਆ, ਮੈਨੂੰ ਪਰਸਨਲੀ ਫੀਲ ਹੋ ਰਿਹਾ ਵੀ ਲਿਬਰਲ ਦੇ ਨਾਲ ਨਾਰਾਜ਼ਗੀ ਜਿਹੜੀ ਆ ਉਹ ਉਹਨਾਂ ਦੀ ਹਰਮਨ ਪਿਆਰਤਾ ਵਧਾ ਰਹੀ ਆ। ਕਿਉਂਕਿ ਕਿਤੇ ਨਾ ਕਿਤੇ ਇਹ ਵੀ ਆਪਾਂ ਨੂੰ ਸੋਚਣਾ ਪੈਣਾ ਕਿ ਜਿਹੜੀ ਇਮੀਗ੍ਰੇਸ਼ਨ ਹੋਈ ਆ, ਇਮੀਗ੍ਰੇਸ਼ਨ ਦੇ ਹੱਕ 'ਚ ਬਹੁਤ ਲੋਕ ਆ ਵੀ ਇਮੀਗ੍ਰੇਸ਼ਨ ਹੋਣੀ ਚਾਹੀਦੀ ਆ। ਉਹਨਾਂ ਬਹੁਤਿਆਂ ਲੋਕਾਂ ਦੀਆਂ ਉਹਨਾਂ ਸਿਟੀਜ਼ਨਸ਼ਿਪ ਹੈ ਨਹੀਂ ਉਹਨਾਂ ਦੇ ਕੋਲ। ਦੂਜੇ ਪਾਸੇ ਜਿਹੜੇ ਇੰਨੀ ਵੱਧ ਇਮੀਗ੍ਰੇਸ਼ਨ ਤੋਂ ਔਖੇ ਆ ਲੋਕ, ਉਹਨਾਂ ਦੀ ਸਿਟੀਜ਼ਨਸ਼ਿਪ ਆ, ਬੋਲ ਨਹੀਂ ਰਹੇ ਹੈਗੇ ਉਹ, ਪਰ ਉਹ ਆਪਾਂ ਗਾਹੇ ਬਗਾਏ ਸੋਸ਼ਲ ਮੀਡੀਆ 'ਤੇ ਜਾਂ ਰਵਾਇਤੀ ਮੀਡੀਆ 'ਤੇ ਉਹਨਾਂ ਦੇ ਆਪਾਂ ਵਿਊਜ਼ ਜਾਣਦੇ ਹਾਂ ਕਿ ਉਹ ਨਵੇਂ ਆਇਆਂ ਬਾਰੇ ਕਿਹੋ ਜਿਹੇ ਵਿਊਜ਼ ਰੱਖਦੇ ਆ। ਉਹ ਵੀ ਜਿਹੜੀ ਇੱਕ ਇਫੈਕਟ ਜਿਹੜਾ ਪੈ ਸਕਦਾ ਨਾ ਚੋਣਾਂ ਦੇ ਵਿੱਚ। ਸੋ ਹਾਲੇ 4 ਹਫ਼ਤੇ ਪਏ ਆ, ਜਿਹੜੀ ਸੱਤਾਧਾਰੀ ਤੇ ਰਿਹਾ ਉਹ ਕਿੱਦਾਂ ਚੱਲਦੀ ਆ, ਕੋਈ ਗਲਤੀ ਕਰਦੀ ਹੈ ਜਾਂ ਨਹੀਂ ਕਰਦੀ, ਵਿਰੋਧੀ ਪਾਰਟੀਆਂ ਵਾਲੇ ਲੀਡਰ ਕੋਈ ਜਿਹੜੇ ਤਿਲਕਣਬਾਜ਼ੀ ਵਿੱਚ ਫਸਦੇ ਆ ਕਿ ਨਹੀਂ, ਇਹ ਗੱਲਾਂ ਮੈਟਰ ਕਰਦੀਆਂ। ਪਰ ਜਿਵੇਂ ਲੱਗਦਾ ਸੀਗਾ ਕਿ 1 ਸਾਈਡਡ ਰੇਸ ਪਹਿਲਾਂ ਲੱਗਦੀ ਸੀਗੀ 10 ਦਿਨ ਪਹਿਲਾਂ ਜਾਂ 15 ਦਿਨ ਪਹਿਲਾਂ, ਉਹ ਗੱਲ ਨਹੀਂ ਹੁਣ ਰਹੀ। ਫਸਵੀਂ ਟੱਕਰ ਜਿਹੜੀ ਆ ਉਹ ਲੱਗਦਾ ਹੋ ਜਾਣੀ ਹੈ। ਐਰਨ ਓਟੂਲ ਉਹਨਾਂ ਨੂੰ ਵੀ ਇੱਕ ਖਾਸ ਵਰਗ ਦੇ ਲੀਡਰ ਮੰਨਿਆ ਜਾਂਦਾ ਕਿ ਉਹਨਾਂ ਦਾ ਇੱਕ ਆਪਣਾ ਟਿਪੀਕਲ ਵੋਟ ਬੈਂਕ ਹੈਗਾ ਜਿਹਦੇ ਦਮ ਦੇ ਉੱਤੇ ਉਹ ਅੱਗੇ ਚੱਲਦੇ ਆ। ਜਿਹੜਾ ਗੁਰਪ੍ਰੀਤ ਸਿੰਘ ਹੁਣਾਂ ਨੇ ਮਸਲਾ ਦਿੱਤਾ ਇਮੀਗ੍ਰੇਸ਼ਨ ਦਾ, ਵੀ
ਇਮੀਗ੍ਰੇਸ਼ਨ ਕਰਕੇ ਲੋਕ ਜਸਟਿਨ ਟਰੂਡੋ ਦੇ ਹੱਕ 'ਚ ਤੇ ਜਿਹੜੀ ਇੱਕ ਉਹ ਲੌਬੀ ਹੈ ਜਿਹੜੀ ਇਹਦੇ ਥੋੜਾ ਜਿਹਾ ਉਲਟਾ ਉਹ ਭੁਗਤ ਸਕਦੀ ਹੈ ਉਧਰਲੇ ਪਾਸੇ, ਜਾਂ ਲਿਬਰਲ ਨੂੰ ਉਹਦਾ ਨੁਕਸਾਨ ਹੋ ਸਕਦਾ? ਬਿਲਕੁਲ, ਦੇਖੋ ਜਿਹੜਾ ਇਮੀਗ੍ਰੇਸ਼ਨ ਹੈ ਉਹ ਇੱਕ ਬਹੁਤ ਵੱਡਾ ਮੁੱਦਾ ਵੀ ਬਣ ਸਕਦਾ, ਖਾਸ ਕਰਕੇ ਜਿਹੜੀ ਆਪਣੇ ਹੁਣ ਸਾਊਥ ਏਸ਼ੀਅਨ ਕਮਿਊਨਿਟੀ ਹੈਗੀ ਉਹਨਾਂ ਵਾਸਤੇ ਮੁੱਦਾ ਤੇ ਇੱਕ ਹੈਗਾ ਹੀ ਹੈਗਾ। ਪਰ ਜੇਕਰ ਤੁਸੀਂ ਇਹ ਆਖੋ ਕਿ ਇਮੀਗ੍ਰੇਸ਼ਨ ਦੇ ਵਾਸਤੇ ਜਿਹੜੀ ਟੋਰੀ ਪਾਰਟੀ ਹੈਗੀ ਕਿ ਜੋ ਇਮੀਗ੍ਰੇਸ਼ਨ ਤੋਂ ਅਗੇਂਸਟ ਹੈ, ਉਹ ਵੀ ਨਹੀਂ ਗੱਲ ਹੈਗੀ, ਕਿਉਂਕਿ ਜਦੋਂ ਉਹਨਾਂ ਦੀ ਗਵਰਨਮੈਂਟ ਸੀਗੀ ਸਗੋਂ ਲਿਬਰਲ ਤੋਂ ਵੱਧ ਬੰਦੇ ਉਹਨਾਂ ਨੇ ਕੈਨੇਡਾ ਦੇ ਵਿੱਚ ਮੰਗਾਏ ਨਾ, ਸੋ ਉਸ ਚੀਜ਼ ਦਾ ਇੱਕ ਬੈਨੀਫਿਟ ਵੀ ਹੋ ਰਿਹਾ। ਪਰ ਜਿਹੜਾ ਹੁਣ ਇੰਟਰਨੈਸ਼ਨਲ ਸਟੂਡੈਂਟ ਦਾ ਇੱਕ ਇਸ਼ੂ ਹੈਗਾ, ਜਾਂ ਜਿਹੜੇ ਹੋਰ ਨਿੱਕੇ ਨਿੱਕੇ ਕੰਸਰਨ ਜਿਹੜੇ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈਗੇ, ਜਿਹੜੀ ਮੇਨ ਸਟਰੀਮ ਕਮਿਊਨਿਟੀ ਹੈਗੀ ਹੈ, ਜਿਸ ਹਿਸਾਬ ਨਾਲ ਗਵਰਨਮੈਂਟ ਲਿਬਰਲ ਉਹਨਾਂ ਨੂੰ ਟੈਕਲ ਕਰ ਰਹੀ ਆ, ਉਹ ਕਿਤੇ ਨਾ ਕਿਤੇ ਨਾਰਾਜ਼ਗੀ ਵਾਲੇ ਬੰਨੇ ਵੀ ਪਰਤ ਸਕਦੀ ਹੈ ਜੀ, ਹੋ ਸਕਦਾ। ਤੇ ਕਿਸੇ ਹਾਲਤ ਵਿੱਚ ਹੁਣ ਸੰਭਾਵਨਾ ਕੀ ਲੱਗਦੀ ਹੈ? ਲਿਬਰਲ ਦੀ ਮਿਨੋਰਿਟੀ ਜਾਂ ਮੈਜੋਰਿਟੀ ਹੋਊਗੀ, ਕੰਜ਼ਰਵੇਟਿਵ ਦੀ ਮਿਨੋਰਿਟੀ ਮੈਜੋਰਿਟੀ ਹੋ ਸਕਦੀ ਹੈ, ਜਾਂ ਐਨਡੀਪੀ ਕਿਸੇ ਨੇ ਜੁੜ ਸਕਦੀ ਹੈ? ਦੇਖੋ ਐਨਡੀਪੀ ਇਹਦੇ ਵਿੱਚ ਵੱਡਾ ਰੋਲ ਅਦਾ ਕਰ ਸਕਦੀ ਹੈ, ਕਿਉਂਕਿ ਜੇਕਰ ਦੇਖੋ ਜੇ ਬੀਸੀ ਦੇ ਵਿੱਚ ਹੁਣ ਐਨਡੀਪੀ ਦੀ ਗਵਰਨਮੈਂਟ ਹੈਗੀ, ਜੇ ਇੱਥੇ ਕੋਈ ਸ਼ਿਫਟ ਹੁੰਦਾ, ਪਰ ਅਸਾਰ ਕੋਈ ਲੱਗਦੇ ਨਹੀਂਗੇ ਕਿ ਐਨਡੀਪੀ ਦਾ ਕੋਈ ਸ਼ਿਫਟ ਕਰੂਗੀ, ਨਾ ਹੀ ਕੋਈ ਲੱਗਦਾ ਕਿ ਫੈਡਰਲ ਪੱਧਰ ਤੇ ਕਿ ਐਨਡੀਪੀ ਕੀ ਬਹੁਤ ਵੱਡਾ ਮੋਰਚਾ ਕੋਈ ਫਤਿਹ ਕਰੂਗੀ। 24 ਸੀਟਾਂ ਤੋਂ ਸ਼ਾਇਦ ਕੋਈ 5-7 ਸੀਟਾਂ ਹੋਰ ਕਿਤੇ ਗੇਨ ਹੋ ਜੂਗੀ। ਸੋ ਐਨਡੀਪੀ ਇੱਕ ਰੋਲ ਅਦਾ ਕਰ ਸਕਦੀ ਆ, ਪਰ ਜੇਕਰ ਐਨਡੀਪੀ ਰੋਲ ਅਦਾ ਕਰਦੀ ਆ 100% ਉਹਨਾਂ ਨੇ ਲਿਬਰਲ ਦੇ ਨਾਲ ਹੀ ਜਾਣਾ ਜੀ, ਸੋ ਫਿਰ ਉਧਰ ਨੂੰ ਅਸਾਰ ਜ਼ਿਆਦਾ ਪ੍ਰਤੀਤ ਹੁੰਦੇ ਆ। ਹਾਂ ਕਿ ਜੇਕਰ ਕੋਈ ਸ਼ਿਫਟ ਬਹੁਤ ਵੱਡੀ ਹੋ ਜਾਂਦੀ ਹੈ ਕਿ ਨੰਬਰ ਜਿਹੜੇ ਹੈਗੇ ਹੁਣ ਜਿਵੇਂ ਗੁਰਦਾਦੇ ਗੁਰਪ੍ਰੀਤ 31-32 ਦਾ ਫਰਕ ਹੈਗਾ ਸਾਰਾ, ਪਰ ਜੇ ਫਰਕ ਹੀ 40 ਦਾ ਜਾਂ 30 ਦਾ ਕਿਤੇ ਹੋ ਗਿਆ ਤੇ ਦੈਨ ਦਾ ਥਿੰਗਸ ਕੁਡ ਬੀ ਚੇਂਜ ਡਰੈਸਟਿਕਲੀ। ਜਦੋਂ ਐਰਨ ਓਟੂਲ ਲੀਡਰ ਚੁਣੇ ਗਏ ਸੀ ਉਸ ਵੇਲੇ ਤੋਂ ਲੈ ਕੇ ਉਸ ਵੇਲੇ ਲੱਗਦਾ ਸੀ ਬੜੇ ਕਮਜ਼ੋਰ ਲੀਡਰ ਆ, ਵੀ ਕੋਈ ਜਾਣਦਾ ਕੋਈ ਨਹੀਂ। ਤੁਹਾਨੂੰ ਲੱਗਦਾ ਨਹੀਂ ਵੀ ਇਹ ਬਹੁਤ ਤੇਜ਼ੀ ਨਾਲ ਅੱਗੇ ਆ ਰਹੇ ਆ? ਜਿੰਨਾ ਇਹਨਾਂ ਬਾਰੇ ਉਸ ਤਰ੍ਹਾਂ ਸੋਚਿਆ ਜਾ ਰਿਹਾ ਸੀ ਉਹ ਤੋਂ ਜ਼ਿਆਦਾ ਸਟਰੈਂਥ ਦੇ ਨਾਲ ਇਹਨਾਂ ਦੀ ਪਪੂਲੈਰਿਟੀ ਵੱਧ ਰਹੀ ਹੁਣ? ਪਤਾ ਨਹੀਂ, ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਮੈਨੂੰ ਕਦੀ ਵੀ ਨਹੀਂ ਲੱਗਾ ਵੀ ਐਰਨ ਟੂਲ ਅੱਗੇ ਵਧੇ ਆ। ਮੈਨੂੰ ਇੱਦਾਂ ਲੱਗੀ ਜਾਂਦਾ ਵੀ ਟਰੂਡੋ ਦਾ ਵਿਰੋਧ ਵੱਧ ਰਿਹਾ। ਉਹ ਕਿੱਦਾਂ ਜੀ? ਜਿਹੜੀ ਇਹ ਜੋ ਵੀ ਐਰਨ ਟੂਲ ਦੀ ਹਰਮਨ ਪਿਆਰਤਾ ਵਧੀ ਆ, ਉਹ ਕਿਤੇ ਨਾ ਕਿਤੇ ਟਰੂਡੋ ਦੀਆਂ ਨੀਤੀਆਂ ਕਰਕੇ ਜਿਹੜੀ ਆ ਉਹਨਾਂ ਨੂੰ ਵੋਟ ਪੈ ਰਹੀ ਆ। ਐਰਨ ਟੂਲ ਨੇ ਜਿਹੜਾ ਕੁਝ ਵੀ ਨਹੀਂ ਕੀਤਾ, ਕੋਈ ਪਲੇਟਫਾਰਮ ਨਹੀਂ ਦੇ ਸਕੇ। ਐਨਡੀਪੀ ਵਾਲੇ ਰੋਜ਼ ਵਾਅਦੇ ਕਰ ਰਹੇ ਆ, ਲਿਬਰਲ ਵਾਲੇ ਵਾਅਦੇ ਕਰ ਰਹੇ ਆ, ਉਹਨਾਂ ਦੇ ਪੱਥੇ 'ਚ ਤੀਰ ਹੈ ਨਹੀਂਗੇ। ਉਹ ਤਾਂ ਜਿਹੜੀ ਲਿਬਰਲ ਤੋਂ ਨਾਰਾਜ਼ ਜਿਹੜੇ ਲੋਕ ਨੇ, ਚਾਹੇ ਉਹ ਕਹਿ ਲਓ ਇਮੀਗ੍ਰੇਸ਼ਨ ਕਰਕੇ ਨਾਰਾਜ਼ ਨੇ, ਜਾਂ ਉਹ ਜਿਹੜੀ ਸਰਬ ਵੰਡੀ ਗਈ ਆ ਇਹ ਤੋਂ ਨਾਰਾਜ਼ ਨੇ। ਇੱਥੋਂ ਤੱਕ ਲੋਕ ਨਾਰਾਜ਼ ਨੇ ਵੀ ਸਾਨੂੰ ਟੈਕਸ ਤਾਂ ਸਾਨੂੰ ਹੀ ਦੇਣਾ ਪੈਣਾ ਮੁੜ ਕੇ, ਜਿਹੜੇ ਪੈਸੇ ਵੰਡੇ ਆ ਉਹ ਨਾਰਾਜ਼ ਨੇ। ਬਿਜ਼ਨਸ ਕਮਿਊਨਿਟੀ ਦੇ ਵਿੱਚ ਸਾਰੇ ਖੁਸ਼ ਨਹੀਂ ਹੈਗੇ। LMIਆਂ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ ਲੋਕੀ ਸਾਰੇ ਖੁਸ਼ ਨਹੀਂ ਹੈਗੇ। ਸੋ ਉਹ ਜਿਹੜਾ ਇੱਕ ਹੈਗਾ ਵਰਗ ਹੈਗਾ ਆ, ਉਹ ਲਿਬਰਲ ਦੇ ਨਾਲ ਟੁੱਟ ਕੇ ਕੰਜ਼ਰਵੇਟਿਵ ਵੱਲ ਨੂੰ ਮੈਨੂੰ ਜਾਂਦਾ ਪ੍ਰਤੀਤ ਜਿਹੜਾ ਹੋ ਰਿਹਾ ਆ। ਸੋ ਇਹਦੇ 'ਚ ਐਰਨ ਟੂਲ ਦੀ ਕੋਈ ਕਾਬਲੀਅਤ ਨਹੀਂ ਹੈਗੀ ਕਿ ਉਹਨੇ ਆਪਣੀ ਕੋਈ ਬਿਆਨਬਾਜ਼ੀ ਦੇ ਜ਼ਰੀਏ ਜਾਂ ਕੋਈ ਆਪਣੀ ਸਮਰੱਥਾ ਦਿਖਾ ਕੇ ਵਧਾ ਲਈ ਆਪਣੀ ਕਾਬਲੀਅਤ। ਨਹੀਂ, ਉਹ ਲਿਬਰਲ ਤੋਂ ਜਿਹੜੇ ਲੋਕੀ ਨਾਰਾਜ਼ ਨੇ, ਸੱਤਾਧਾਰੀ ਧਿਰ ਤੋਂ ਹੁੰਦੇ ਹੀ ਅਕਸਰ, ਉਹ ਜਿਹੜੇ ਉੱਧਰ ਜਾਂਦੇ ਹੋਏ ਪ੍ਰਤੀਤ ਹੋ ਰਹੇ ਆ ਜੀ। ਇਹਦੇ ਵਿੱਚ ਇੱਕ ਗੱਲ ਇਹ ਵੀ ਐਡ ਕੀਤੀ ਜਾ ਸਕਦੀ ਹੈ ਕਿ ਲਿਬਰਲ ਪਾਰਟੀ ਨੂੰ 6 ਸਾਲ ਹੋ ਗਏ ਜੀ ਸਰਕਾਰ ਚਲਾਉਂਦੇ ਆ। ਹੁਣ 6 ਸਾਲਾਂ ਦੇ ਵਿੱਚ ਜਿਹੜਾ ਪਲੇਟਫਾਰਮ ਉਹਨਾਂ ਨੇ 4 ਸਾਲ 19 ਚ ਦਿੱਤਾ ਸੀਗਾ, ਉਹੀ ਪਲੇਟਫਾਰਮ ਉਹ ਹੁਣ ਦੇ ਰਹੇ। ਹੁਣ ਲੋਕ ਕਹਿ ਰਹੇ ਉਹੀ ਚਿਹਰੇ ਆ, ਉਹੀ ਮੈਂਬਰ ਪਾਰਲੀਮੈਂਟ ਆ, ਉਹੀ ਲੀਡਰ ਆ, ਉਹੀ ਪਲੇਟਫਾਰਮ ਆ। ਜਿਹੜੀ ਹੁਣ ਕੋਈ ਵੀ ਚੀਜ਼ 6 ਸਾਲ ਪਹਿਲਾਂ ਕੋਈ ਚੇਂਜ ਨਹੀਂ ਹੋ ਸਕੀ, ਉਹ ਅਗਲੇ 4 ਸਾਲਾਂ 'ਚ ਕੀ ਚੇਂਜ ਹੋਊਗੀ। ਸੋ ਲੋਕੀ ਉਸ ਨੂੰ ਵੀ ਇੱਕ ਸੰਦਰਭ ਦੇ ਵਿੱਚ ਪਾ ਕੇ ਦੇਖਦੇ ਪਏ ਕਿ ਸ਼ਾਇਦ ਫਿਰ ਲੋਕੀ ਸੋਚਦੇ ਆ ਕਿ ਜੇਕਰ ਕੁਝ ਉਦੋਂ ਨਹੀਂ ਹੋਇਆ, ਕਿਉਂ ਨਾ ਕੁਝ ਬਦਲ ਕੀਤਾ ਜਾ ਸਕੇ। ਇਹਦੇ ਵਿੱਚ ਜਸਕਰਨ ਜਿਹੜੀ ਇੱਕ ਗੱਲ ਹੋ ਰਿਹਾ ਨਾ, ਦੇਖੋ ਇਹ ਤਾਂ ਗੱਲ ਤੈਅ ਆ ਵੀ ਜੇ ਮਿਨੋਰਟੀ ਸਰਕਾਰ ਹੁਣ ਬਣਨ ਦੇ ਚਾਂਸ ਬਣ ਰਹੇ ਅੱਜ ਦੀ ਤਰੀਕ ਵਿੱਚ ਚੋਣਾਂ ਹੋ ਜਾਣ, ਤੇ ਜਾਂ ਜਿਹੜੀ ਆ ਮਿਨੋਰਟੀ ਲਿਬਰਲ ਦੀ ਬਣਦੀ ਆ ਤੇ ਜਾਂ ਕੰਜ਼ਰਵੇਟਿਵ ਦੀ ਬਣਦੀ ਆ। ਪਰ ਲਿਬਰਲ ਦੀ ਬਣਨ ਦੇ ਚਾਂਸ ਇਸ ਕਰਕੇ ਜ਼ਿਆਦਾ ਆ ਕਿਉਂਕਿ ਜਿਹੜੀ ਐਨਡੀਪੀ ਆ ਉਹਨਾਂ ਨੇ ਕਦੀ ਕੰਜ਼ਰਵੇਟਿਵ ਨੂੰ ਸਪੋਰਟ ਨਹੀਂ ਕਰਨੀ, ਉਹਨਾਂ ਨੇ ਲਿਬਰਲ ਨੂੰ ਹੀ ਸਪੋਰਟ ਕਰਨੀ ਆ। ਇਸ ਕਰਕੇ ਇਹਨਾਂ ਦੇ ਚਾਂਸ ਜ਼ਿਆਦੇ ਆ। ਪਰ ਹੁਣ ਤੁਸੀਂ ਦੇਖੋ ਵਾਅਦੇ ਕੀ ਆ। ਹੁਣ ਵਾਅਦਾ ਅੱਜ ਕਰ ਰਹੇ ਆ ਪ੍ਰਧਾਨ ਮੰਤਰੀ ਵੀ ਅਸੀਂ 7500 ਡਾਕਟਰ ਤੇ ਨਰਸਾਂ ਜਿਹੜੀਆਂ ਆ ਇਸ ਸਿਸਟਮ ਨੂੰ ਦੇਵਾਂਗੇ ਸਿਹਤ ਸੰਭਾਲ ਦੇ ਵਾਸਤੇ। ਹੁਣ ਇਹ ਕੋਈ ਰਾਸ਼ਨ ਦੀ ਦੁਕਾਨ ਤੋਂ ਕੋਈ ਲਿਆਉਣ ਵਾਲੀ ਚੀਜ਼ ਤਾਂ ਹੈ ਨਹੀਂ ਗੀ। ਕਹਿੰਦੇ ਵੀ $6 ਬਿਲੀਅਨ ਖਰਚਾਂਗੇ। ਇਹੀ ਜਿਹੜਾ ਚੋਣ ਵਾਅਦਾ ਆ 2019 ਦੇ ਵਿੱਚ ਵੀ ਸੀਗਾ। ਹੁਣ ਜਦੋਂ ਕੈਨੇਡਾ ਦੇ ਮੈਡੀਕਲ ਕਾਲਜਾਂ ਦੇ ਵਿੱਚ ਸੀਟਾਂ ਹੀ ਹੈ ਨਹੀਂ ਗੀਆਂ ਤੇ ਡਾਕਟਰ ਕਿੱਥੋਂ ਬਣਾ ਦੇਣਗੇ, ਜਾਂ ਰਾਈਟ ਵੇ ਨਰਸਾਂ ਜਿਹੜੀਆਂ ਕਿੱਥੋਂ ਲੈ ਆਉਣਗੇ, ਬਾਹਰੋਂ ਆਏ ਲੋਕਾਂ ਦੇ ਕ੍ਰੈਡੈਂਸ਼ੀਅਲ ਜਿਹੜੇ ਆ ਰਾਈਟ ਵੇ ਕਿਵੇਂ ਅਪਡੇਟ ਕਰ ਦੇਣਗੇ। ਤੇ ਜਿਹੜੀ ਉਹ ਉਡੀਕ ਹੈਗੀ ਆ ਹਸਪਤਾਲਾਂ ਦੇ ਵਿੱਚ ਜਾਂ ਫੈਮਿਲੀ ਡਾਕਟਰਾਂ ਦੇ ਦਫ਼ਤਰਾਂ ਦੇ ਵਿੱਚ, ਉਹ ਤਾਂ ਪਤਾ ਆਪਾਂ ਸਾਰੇ ਫੀਲ ਕਰ ਰਹੇ, ਨਵੇਂ ਬੰਦੇ ਨੂੰ ਫੈਮਿਲੀ ਡਾਕਟਰ ਲੱਭਣਾ ਔਖਾ ਹੋ ਰਿਹਾ। ਸੋ ਉਹ ਜਿਹੜੀਆਂ ਸਾਰੀਆਂ ਗੱਲਾਂ ਜਿਹੜੀਆਂ ਵਾਅਦਾ ਕੀਤਾ ਹੋਇਆ ਵੀ ਕਈ ਵਾਰੀ ਪੁੱਠਾ ਪੈਂਦਾ, ਉਹ ਜਿਹੜੀਆਂ ਗੱਲਾਂ ਆ ਇੱਕ ਤਰ੍ਹਾਂ ਲੋਕਾਂ ਨੂੰ ਚੇਤੇ ਕਰਾਈਆਂ ਜਾ ਰਹੀਆਂ ਵੀ ਅਸੀਂ 2019 ਦੇ ਵਿੱਚ ਵੀ ਆਹ ਵਾਅਦਾ ਕੀਤਾ ਜਿਹੜਾ ਪੂਰਾ ਨਹੀਂ ਕੀਤਾ, ਹੁਣ ਅਸੀਂ 2021 ਦੇ ਵਿੱਚ ਵੀ ਜਿਹੜਾ ਇਹ ਕਰ ਰਹੇ ਹਾਂ। ਸੋ ਕਿਤੇ ਨਾ ਕਿਤੇ ਇਸ ਕਰਕੇ ਮੈਂ ਕਹਿ ਰਿਹਾ ਕਿ ਲਿਬਰਲ ਦੇ ਉਲਟ ਨਾਰਾਜ਼ਗੀ ਜਿਹੜੀ ਆ ਉਹੀ ਇਹਨਾਂ ਨੂੰ ਲੈ ਕੇ ਬਹਿ ਸਕਦੀ, ਅਦਰਵਾਈਜ਼ ਇਹਨਾਂ ਨੂੰ ਕੋਈ ਹਰਾ ਨਹੀਂ ਸਕਦਾ। ਜਿਹੜੀ ਦੂਜੀ ਗੱਲਬਾਤ ਆ, ਫਿਰ ਇਹਨਾਂ ਦੀਆਂ ਕੈਲਕੂਲੇਸ਼ਨ ਗਲਤ ਹੋ ਗਈਆਂ ਸਾਰੀਆਂ। ਉਹਨਾਂ ਨੇ ਵਿੱਚ ਵਿਚਾਲੇ ਜਾ ਕੇ ਇਲੈਕਸ਼ਨ ਕਾਲ ਕੀਤੀ ਲਿਬਰਲ ਨੇ। ਉਹਨਾਂ ਨੂੰ ਜਾਂ ਤਾਂ ਇੰਨਾ ਕੌਨਫੀਡੈਂਸ ਆ, ਉਹਨਾਂ ਦੇ ਆਪਣੇ ਜਿਹੜੇ ਇੰਟਰਨਲ ਸੋਰਸਿਸ ਆ, ਉਹਨਾਂ ਦੀਆਂ ਕੈਲਕੂਲੇਸ਼ਨਸ ਆ, ਸਰਵੇਜ਼ ਆ ਜਿਹੜੇ ਦੱਸ ਰਹੇ ਆ ਕਿ ਤੁਸੀਂ ਜਿੱਤ ਜਾਣਾ। ਹੋ ਸਕਦਾ ਵੀ ਟਪਲਾ ਖਾ ਜਾਣ ਕਿਤੇ। ਦੇਖੋ ਜੀ, ਇਹ ਜਿਹੜਾ ਤਕੜਾ ਭਲਵਾਨ ਹੁੰਦਾ ਆਪਣੇ ਭਾਰ ਦੇ ਨਾਲ ਓਵਰ ਕੌਨਫੀਡੈਂਸ ਨਾਲ ਡਿੱਗਦਾ ਹੁੰਦਾ। ਇਹਦੀਆਂ ਅਨੇਕਾਂ ਉਦਾਹਰਨਾਂ ਜਿਹੜੀਆਂ ਮੌਜੂਦ ਆ।
ਆਪਾਂ ਅਮਰੀਕਾ ਦੇ ਵਿੱਚ ਟਰੰਪ ਸਰਕਾਰ ਵੇਲੇ ਦੇਖ ਚੁੱਕੇ ਹਾਂ, ਹੁਣੇ ਆਪਾਂ ਨੋਵਾ ਸਕੋਸ਼ੀਆ ਦੇ ਵਿੱਚ ਦੇਖ ਕੇ ਹਟੇ ਹਾਂ। ਉੱਥੇ ਵੀ ਰਿਜ਼ਲਟ ਜਿਹੜੇ ਆ ਟੋਟਲੀ ਡਿਫਰੈਂਟ ਆ ਗਏ ਆ, ਜਿਹੜੇ ਉੱਥੇ ਕੰਜ਼ਰਵੇਟਿਵ ਸੋਚ ਵਾਲੇ ਲੋਕ ਜਿੱਤੂ ਆ। ਹੁਣ ਇਸ ਕਰਕੇ ਕੁਝ ਵੀ ਜਿਹੜਾ ਕਿਹਾ ਜਾਣਾ ਜਿਹੜਾ ਉਹ ਮੁਸ਼ਕਲ ਹੈਗਾ। ਠੀਕ, ਬਿਲਕੁਲ ਉਹਨਾਂ ਨੇ ਸਰਵੇਖਣ ਕਰਾਏ ਹੋਣੇ ਆ। ਇੱਥੋਂ ਤੱਕ ਜਿਹੜੇ ਆਮ ਸਰਵੇਖਣ ਸੀਗੇ ਉਹੀ 7-8% ਦੀ ਲੀਡ ਜਿਹੜੀ ਲਿਬਰਲ ਦੀ ਦਿਖਾ ਰਹੇ ਸੀਗੇ, ਜਿਹੜੇ ਹੁਣ 1% ਦੀ ਦਿਖਾਉਣ ਲੱਗ ਪਏ ਆ। ਸੋ ਇਹ ਕਿਸੇ ਨਾ ਕਿਸੇ ਦਾ ਬਦਲਾਅ ਹੋਇਆ ਹੀ ਆ। ਇੱਕ ਗੱਲ ਇਹ ਨਹੀਂ, ਲਿਬਰਲ ਪਾਰਟੀ ਨੂੰ ਇਸ ਗੱਲ ਦਾ ਫਾਇਦਾ ਨਹੀਂ ਹੋਊਗਾ ਕਿ ਉਹਨਾਂ ਨੂੰ ਪਹਿਲਾਂ ਪਤਾ ਸੀ ਵੀ ਅਸੀਂ ਇਲੈਕਸ਼ਨ ਕਾਲ ਕਰਨੀ ਹੈ, ਤਾਂ ਉਹਨਾਂ ਦੀ ਸਾਰੀ ਤਿਆਰੀ ਹੈ, ਦੂਜੇ ਜੇ ਕੈਂਡੀਡੇਟ ਹੀ ਲੱਭਦੇ ਫਿਰਦੇ ਆ। ਦੇਖੋ ਉਹ ਵੀ ਇੱਕ ਮੈਟਰ ਹੈਗਾ, ਪਰ ਦੇਖੋ ਜਦੋਂ ਕਨਸੂਆਂ ਸ਼ੁਰੂ ਹੋਈਆਂ ਸੀ ਅੱਜ ਤੋਂ 2-3 ਮਹੀਨੇ ਪਹਿਲਾਂ ਕਿ ਹਾਂ ਵੀ ਸ਼ਾਇਦ ਇਲੈਕਸ਼ਨ ਹੋ ਸਕਦੀ ਹੈ, ਤੇ ਬਹੁਤ ਸਾਰੀਆਂ ਪਾਰਟੀਆਂ ਨੇ ਦੇਖਿਆ ਹੋਣਾ ਕਿ ਉਹਨਾਂ ਨੇ ਕੈਂਡੀਡੇਟ ਆਲਰੇਡੀ ਆਪਣੇ ਇਲੈਕਟ ਕੀਤੇ ਹੋਏ ਸੀ, ਇਸ ਕਰਕੇ ਉਹਨਾਂ ਨੇ ਉਸੇ ਵੇਲੇ ਲਾਂਚ ਕਰ ਦਿੱਤੇ। ਹੁਣ ਐਰਨ ਜੋ ਟੂਲ ਹੈ ਉਹ ਆਪਣੀ ਅਲਬਰਟਾ ਵਿੱਚ, ontario ਵਿੱਚ ਵੀ ਆਪਣੀ ਪਿੱਚ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਸ਼ਾਇਦ ਹੋ ਸਕਦਾ ਕਿ ਜਿਹੜੀ ਵੋਟ ਹੈਗੀ ਕਿਤੇ ਨਾ ਕਿਤੇ ਕਨਵਰਟ ਜ਼ਰੂਰ ਹੋ ਸਕਦੀ ਆ, ਕਿ ਲੋਕ ਜਿਵੇਂ ਦਾਦੇ ਗੁਰਪ੍ਰੀਤ ਦੀ ਗੱਲ ਕਿ ਨਾਰਾਜ਼ਗੀ ਜਿਹੜੀ ਹੈ ਨਾ ਉਹ ਇੱਕ ਮੈਟਰ ਕਰਦੀ ਆ। ਠੀਕ ਹੈ, ਗਵਰਨਮੈਂਟ ਤਿਆਰ ਸੀਗੀ, ਲਿਬਰਲ ਸਰਕਾਰ ਬਿਲਕੁਲ ਤਿਆਰ ਸੀ ਟੂਡੋ ਇਲੈਕਸ਼ਨ ਦੇ ਵਾਸਤੇ, ਪਰ ਇਸ ਵੇਲੇ ਜੋ ਟੱਕਰ ਦਿੱਤੀ ਜਾ ਰਹੀ ਹੈ ਜਗਮੀਤ ਸਿੰਘ ਵੱਲੋਂ ਵੀ ਜਿੰਨੀ ਵੀ ਦਿੱਤੀ ਜਾ ਰਹੀ ਹੈ, ਐਰੀਨੋ ਟੂਲ ਵੱਲੋਂ ਦਿੱਤੀ ਜਾ ਰਹੀ ਆ, ਉਹ ਵੇਖਣਯੋਗ ਆ ਕਿ ਉਹ ਵਾਕਈ ਇੱਕ ਬਰਾਬਰੀ ਦੇ ਸਥਾਨ ਤੇ ਆ ਕੇ ਖੜੇ ਹੋ ਗਏ ਆ। ਇਹ ਨਹੀਂ ਆਪਾਂ ਕਹਿ ਸਕਦੇ ਕਿ ਇੱਕ ਲੀਡਰ ਜਿਹੜਾ ਹੈਗਾ ਉਹ ਬਹੁਤ 4 ਮਹੀਨੇ ਪਹਿਲਾਂ ਕੰਮ ਕਰਦਾ ਤੋਂ ਪਿੱਛੇ ਸੀਗਾ। ਸੋ ਜਿਹੜੀ ਬਰਾਬਰਤਾ ਹੈਗੀ ਆ, ਉਸ ਲੋਕ ਜਿਹੜੇ ਫੈਡਰਲ ਪੱਧਰ ਤੇ ਲੋਕ ਹੈਗੇ ਉਸ ਨੂੰ ਬਹੁਤ ਬਰੀਕੀ ਨਾਲ ਵੇਖਦੇ ਆ ਕਿ ਸਰਕਾਰ ਦੀਆਂ ਪਾਲਿਸੀਆਂ ਕੀ ਆ, ਕਿਉਂਕਿ ਜਸਟਨ ਟਰੂਡੋ ਹੁਣ ਤੱਕ 8 ਵਾਰੀ ਮਾਫੀ ਮੰਗ ਚੁੱਕੇ ਪਿਛਲੇ 6 ਸਾਲਾਂ ਦੇ ਸ਼ਾਸਨ ਦੇ ਵਿੱਚ। ਸੋ ਉਹਨੂੰ ਇੱਕ ਸੌਰੀ ਪ੍ਰਧਾਨ ਮੰਤਰੀ ਦੇ ਤੌਰ ਤੇ ਵੀ ਯਾਦ ਕੀਤਾ ਜਾਂਦਾ। ਸੋ ਲੋਕ ਉਹਨਾਂ ਦੀਆਂ ਗਲਤੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੀ ਯਾਦ ਕਰਕੇ ਵੇਖਦੇ ਆ ਕਿ ਜਿਹੜਾ ਪ੍ਰਧਾਨ ਮੰਤਰੀ ਹੁਣ ਤੱਕ ਕੰਟਰੀ ਦਾ ਕੁਛ ਐਡਾ ਕੁਛ ਨਹੀਂ ਸਵਾਰ ਸਕਿਆ, ਉਹ ਅੱਗੇ ਜਾ ਕੇ ਇਹੋ ਜਿਹੀਆਂ ਕਿਹੜੀਆਂ ਨੀਤੀਆਂ ਲੈ ਕੇ ਆਵੇਗਾ ਕਿ ਜਿਹਦੇ ਨਾਲ ਜਿਹੜਾ ਸਾਡਾ ਕੰਟਰੀ ਹੈਗਾ ਕੈਨੇਡਾ ਹੋਰ ਜਿਹੜੀ ਇਕਨੋਮੀ ਦੇ ਪੱਧਰ ਤੇ ਹੈਗਾ ਉਹ ਅੱਗੇ ਤਰੱਕੀ ਕਰ ਸਕੇ। ਇੱਕ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਸਰਕਾਰ ਨੇ ਇੰਨਾ ਪੈਸਾ ਲੋਕਾਂ ਨੂੰ ਦਿੱਤਾ ਇਸ ਪੈਂਡੈਮਿਕ ਦੇ ਵਿੱਚ ਵੀ ਲੋਕ ਨਾ ਸ਼ੁਕਰੇ ਨਹੀਂ ਹੋਣਾ ਚਾਹੀਦਾ ਜਾਂ ਹੋ ਨਹੀਂ ਸਕਦੇ, ਉਹ ਆਪਣਾ ਫਰਜ਼ ਅਦਾ ਕਰਨਗੇ। ਦੇਖੋ ਉਹਦੀ ਨਾ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ। ਬਹੁਤ ਸਾਰੇ ਲੋਕ ਹੈਗੇ ਉਸ ਚੀਜ਼ ਤੋਂ ਖੁਸ਼ ਵੀ ਹੈ, ਪਰ ਬਹੁਤ ਸਾਰੇ ਲੋਕ ਹੈਗੇ ਇਸ ਚੀਜ਼ ਤੋਂ ਨਾਰਾਜ਼ ਵੀ ਹੈ, ਕਿਉਂਕਿ ਲੋਕ ਜਿਹੜੇ ਹੈਗੇ ਦੇਖੋ ਜਿਹੜੀਆਂ ਜੌਬਸ ਹੈਗੀਆਂ, ਬਹੁਤ ਸਾਰੇ ਜਿਹੜੇ ਕੰਮ ਹੈਗੇ ਉੱਥੇ ਵਰਕਰ ਨਹੀਂ ਮਿਲ ਰਹੇ ਰੈਸਟੋਰੈਂਟਾਂ ਦੇ ਵਿੱਚ ਜਾਂ ਛੋਟੀਆਂ ਜੌਬਾਂ ਦੇ। ਕਿਉਂ ਨਹੀਂ ਮਿਲ ਰਹੇ? ਕਿਉਂਕਿ ਸਰਵ ਦੇ ਤੌਰ ਤੇ ਲੋਕਾਂ ਨੂੰ ਪੈਸੇ ਜਿਹੜੇ ਹੈਗੇ ਭੱਤੇ ਹੈਗੇ ਉਹਨਾਂ ਨੂੰ ਘਰ ਬੈਠਿਆਂ ਮਿਲ ਰਹੇ ਆ। ਉਹ ਕਹਿੰਦੇ ਜਿਸ ਤਰ੍ਹਾਂ ਸਾਨੂੰ ਪੈਸੇ ਸਾਨੂੰ ਘਰੇ ਬੈਠਿਆਂ ਮਿਲ ਰਹੇ ਆ ਤੇ ਸਾਨੂੰ ਕੰਮ ਕਰਨ ਦੀ ਕੀ ਲੋੜ ਆ। ਉਹਦੇ ਕਰਕੇ ਜਿਹੜੀ ਇਕਨੋਮੀ ਹੈਗੀ ਹੈ ਡਗਮਗਾਈ। ਹਾਂ ਠੀਕ ਆ, ਜੇ ਉਹਨਾਂ ਨੇ ਪੈਸਾ ਦਿੱਤਾ ਵਾ, ਹੁਣ $350 ਬਿਲੀਅਨ ਦਾ ਭਾਰ ਵੀ ਤੇ ਆਪਣੇ ਲੋਕਾਂ ਸਿਰ ਹੀ ਪਿਆ ਹੋਇਆ। ਕੀ ਲੱਗਦਾ ਜੀ, ਲੋਕ ਨਾ ਸ਼ੁਕਰੇ ਹੋ ਜਾਣਗੇ? ਸਰਕਾਰ ਨੇ ਇੰਨਾ ਕੀਤਾ, ਹੁਣ ਲੋਕ ਇਹਨਾਂ ਦਾ ਖਿਆਲ ਰੱਖਣਗੇ? ਦੇਖੋ ਇਹ ਕੋਈ ਜ਼ਰੂਰੀ ਨਹੀਂ ਹੈਗਾ ਜੀ, ਕਿਉਂਕਿ ਲੋਕ ਜਿਹੜੇ ਆ ਉਹ ਇਹ ਵੀ ਸੋਚ ਰਹੇ ਆ ਕਿ ਇਹ ਜਿਹੜਾ ਪੈਸਾ ਵੰਡਿਆ ਗਿਆ ਪਹਿਲੀ ਗੱਲ ਸਾਰਿਆਂ ਨੂੰ ਨਹੀਂ ਮਿਲਿਆ, ਕਈਆਂ ਨੂੰ ਤਾਂ ਅਖੀਰ ਤੱਕ ਜਿਹੜਾ ਕੰਮ ਕਰਨਾ ਪਿਆ। ਜਿਹੜੇ ਸਪੈਸ਼ਲੀ ਤੌਰ ਦੇ ਉੱਤੇ ਅਸੈਂਸ਼ੀਅਲ ਵਰਕਰਸ ਨੇ ਉਹਨਾਂ ਨੂੰ ਤਾਂ ਕੰਮ ਕਰਨਾ ਪਿਆ। ਸੋ ਉਹ ਸ਼ੁਕਰੇ ਨਾ ਸ਼ੁਕਰੇ ਵਾਲੀ ਜਿਹੜੀ ਗੱਲ ਆ ਉਹਦੇ ਦਾਇਰੇ ਦੇ ਵਿੱਚ ਆਉਂਦੇ ਨਹੀਂ ਹੈਗੇ। ਬਾਕੀ ਉਹਨਾਂ ਦੀਆਂ ਆਪਣੀਆਂ ਮੁਸ਼ਕਲਾਂ ਬਹੁਤ ਨੇ। ਜਿਹੜੇ ਟਰੱਕਰਸ ਨੇ ਉਹ ਅੱਡ ਨਾਰਾਜ਼ ਨੇ ਕਿ ਸਾਨੂੰ ਜਿਹੜਾ ਅਸੈਂਸ਼ੀਅਲ ਵਰਕਰ ਤਾਂ ਕਹਿ ਦਿੱਤਾ ਪਰ ਸਾਨੂੰ ਫਾਇਦਾ ਕੋਈ ਵੀ ਨਹੀਂ ਦਿੱਤਾ ਗਿਆ। ਵੀ ਅਸੀਂ ਅਸੈਂਸ਼ੀਅਲ ਵਰਕਰ ਜਿਹੜੇ ਹੋ ਕੇ ਇੰਨਾ ਅੱਗੇ ਹੋ ਕੇ ਕੰਮ ਕੀਤਾ, ਆਪਣੀ ਜਾਨ ਵੀ ਰਿਸਕ ਦੇ ਵਿੱਚ ਪਾਈ, ਸਾਨੂੰ ਕੋਈ ਵਿਸ਼ੇਸ਼ ਬੈਨੀਫਿਟ ਮਿਲਣਾ ਚਾਹੀਦਾ ਸੀਗਾ, ਉਹ ਨਹੀਂ ਮਿਲਿਆ। ਬਾਕੀ ਤਾਜ਼ਾ ਜਿਹੜੇ ਦੋ ਮਸਲੇ ਇੱਕ ਹੋਰ ਜੁੜ ਰਹੇ ਆ, ਇੱਕ ਤਾਂ ਅਫਗਾਨਿਸਤਾਨ ਦੇ ਵਿੱਚ ਜਿਸ ਹਿਸਾਬ ਦੇ ਨਾਲ ਫੇਲੀਅਰ ਹੋਇਆ ਆ, ਜਿਹੜੇ ਇੰਟਰਪ੍ਰੀਟਰਸ ਨੇ ਜਾਂ ਘੱਟ ਗਿਣਤੀਆਂ ਨੇ ਔਰਤਾਂ ਨੇ ਉਹਨਾਂ ਨੂੰ ਬਚਾਉਣ ਦੀ ਜਿਹੜੀ ਗੱਲ ਕਹੀ ਜਾ ਰਹੀ ਸੀ ਉਹ ਬਚਾ ਨਹੀਂ ਹੋਇਆ। ਉਹ ਵੀ ਕਿਤੇ ਨਾ ਕਿਤੇ ਜਿਹੜਾ ਸਰਕਾਰ ਦੇ ਉੱਤੇ ਇਸ ਗੱਲ ਦਾ ਫਰਕ ਪੈਣਾ। ਦੂਜੀ ਗੱਲ ਕੈਨੇਡਾ ਅਮਰੀਕਾ ਦੇ ਜਿਹੜੇ ਸਬੰਧ ਸੀਗੇ, ਅਮਰੀਕਾ ਵਾਲਿਆਂ ਦੇ ਵਾਸਤੇ ਕੈਨੇਡਾ ਨੇ ਬਾਰਡਰ ਖੋਲ੍ਹਤਾ, ਅਮਰੀਕਾ ਵਾਲਿਆਂ ਨੂੰ ਕਨਵਿੰਸ ਹੀ ਨਹੀਂ ਕਰ ਸਕੇ ਅਸੀਂ ਵੀ ਬਰਾਬਰ ਦਾ ਮੁਲਕ ਆ, ਸਾਡੇ ਲਈ ਵੀ ਬਾਰਡਰ ਖੋਲ੍ਹੋ। ਉਹ ਗੱਲ ਵੀ ਜਿਹੜੀ ਕਿਤੇ ਨਾ ਕਿਤੇ ਨਾਰਾਜ਼ਗੀ ਹੈਗੀ। ਸੋ ਛੋਟੇ ਮੋਟੇ ਬਹੁਤ ਸਾਰੇ ਫੈਕਟਰ ਆ। ਜਿਹੜੀ ਪੰਜਾਬੀ ਕਮਿਊਨਿਟੀ ਆ, ਆਪਾਂ ਹੈਗੇ ਇਮੀਗ੍ਰੈਂਟ ਕਮਿਊਨਿਟੀ, ਸਾਡੇ 'ਚ ਬਹੁਤਿਆਂ ਦਾ ਝੁਕਾਅ ਜਿਹੜਾ ਆ ਲਿਬਰਲ ਪੱਖੀ ਹੀ ਰਹਿਣਾ ਆ, ਇਹ 'ਚ ਕੋਈ ਦੋ ਰਾਵਾਂ ਨਹੀਂ ਹੈਗਾ। ਪਰ ਵੋਟਾਂ ਇਕੱਲੇ ਪੰਜਾਬੀਆਂ ਦੀਆਂ ਨਹੀਂ ਪੈ ਰਹੀਆਂ, ਵੋਟਾਂ ਸਾਰਿਆਂ ਦੀਆਂ ਪੈ ਰਹੀਆਂ ਆ। ਅਤੇ ਉੱਥੇ ਕੀ ਇਫੈਕਟ ਆ ਉਹ ਗੱਲ ਵੱਡੀ ਆ। ਲਿਬਰਲ ਦੇ ਹੱਕ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਇਹ ਵੀ ਜਾਂਦੀ ਆ ਕਿ ਜਿਹੜੇ ਆਪਣੇ ਫੋਰਡ ਨੇ ਮੁੱਖ ਮੰਤਰੀ ontario ਦੇ, ਉਹਨਾਂ ਦੀ ਪਕੜ ontario 'ਚ ਢਿੱਲੀ ਹੋਈ ਹੈ। ਸੋ ਜਿੱਥੇ ਬਹੁਤ ਗਿਣਤੀ ਸੀਟਾਂ ਹੈਗੀਆਂ, ਕਿਉਂਕਿ BC ਅਲਬਰਟਾ ਤਾਂ ਪੰਜਾਬ ਅਤੇ ਹਰਿਆਣਾ ਹੀ ਆ, ਇਹਨਾਂ ਦੀ ਸੀਟਾਂ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਅਸਲੀ ਜਿਹੜੀ ਜਿੱਤ ਹਾਰ ਆ ਉਹ UP MP ਵਾਂਗੂ ਕੁਬੈਕ ਅਤੇ ontario ਨੇ ਜਿਹੜੀ ਆ ਤੈਅ ਕਰਨੀ ਹੁੰਦੀ ਆ। ਸੋ ਉਸ ਮਾਮਲੇ ਵਿੱਚ ਕੀ ਹੋ ਰਿਹਾ ਕਿ ontario ਦੇ ਵਿੱਚ ਟੋਰੀ ਆਗੂ ਫੋਰਡ ਦੀ ਜਿਹੜੀ ਪਕੜ ਢਿੱਲੀ ਪੈਣ ਦਾ ਫਾਇਦਾ ਲਿਬਰਲ ਨੂੰ ਜਿਹੜਾ ਹੋ ਸਕਦਾ ਆ। ਸੋ ਇੱਕ ਇਫੈਕਟ ਹੈਗਾ ਆ। ਬਾਕੀ ਹੁਣ ਅਜੇ 4 ਹਫ਼ਤੇ ਪਏ ਆ, ਬਹੁਤ ਕੁਝ ਹੋਣਾ ਜਿਹੜਾ ਬਾਕੀ ਆ। ਪਰ ਜਿਹੜਾ ਸ਼ੁਕਰੇ ਨਾ ਸ਼ੁਕਰੇ ਹੋਣ ਵਾਲੀ ਗੱਲ ਆ, ਇਹ ਸ਼ਾਇਦ ਸਿਰਫ ਪੰਜਾਬੀ ਕਮਿਊਨਿਟੀ ਦੇ ਵਿੱਚ ਸੋਚੀ ਜਾ ਸਕਦੀ ਹੈ। ਜਿਹੜੇ ਲੋਕ ਹੋਰ ਨੇ ਉਹ ਮੁੱਦੇ ਦੇਖਦੇ ਆ, ਇਹ ਗੱਲਾਂ ਘੱਟ ਦੇਖਦੇ। ਇੱਕ ਹੋਰ ਮਾਮਲਾ ਆਉਂਦਾ ਵੀ ਦੇਖੋ, ਲੋਕ ਤਾਂ ਖੁਸ਼ ਹੀ ਨਹੀਂ ਹੁੰਦੇ। ਕੈਨੇਡਾ ਨੇ ਪਹਿਲਾਂ ਵੀ ਸੀਰੀਅਨ ਰਿਫਿਊਜੀਜ਼ ਦਾ ਮਾਮਲਾ ਸੀ, ਹੁਣ ਅਫਗਾਨਿਸਤਾਨ ਦਾ ਸੀ,
ਲਿਬਰਲ ਪਾਰਟੀ ਵੱਲੋਂ ਵਾਰ-ਵਾਰ ਇਹ ਕਿਹਾ ਗਿਆ ਵੀ ਅਸਲ 'ਚ ਅੰਕੜੇ ਨਹੀਂ ਦੇਖੇ ਜਾਂਦੇ, ਵੈਸੇ ਹੀ ਸਾਨੂੰ ਲੋਕਾਂ ਦੇ ਵਿੱਚ ਇੱਕ ਭੱਲ ਬਣਾ ਦਿੱਤੀ ਵੀ ਦੇਖੋ ਜੀ ਇਹ ਬਾਹਰੋਂ ਬੰਦੇ ਸੱਦ ਕੇ ਉਹਨਾਂ ਨੂੰ ਮੁਫਤ ਦੇ ਪੈਸੇ ਦੇਈ ਜਾਂਦੇ ਆ, ਜਿਹੜੇ ਇੱਥੇ ਦੇ ਬਜ਼ੁਰਗ ਆ ਉਹਨਾਂ ਦੀਆਂ ਪੈਨਸ਼ਨਾਂ ਸਾਰਾ ਕੁਝ ਰਲਾ ਕੇ ਉਹਨਾਂ ਨਹੀਂ ਬਣਦਾ ਜਿਹੜਾ ਇੱਕ ਰਿਫਿਊਜੀ ਨੂੰ ਮਿਲ ਜਾਂਦਾ। ਇਹ ਬੈਕਲੈਸ਼ ਲਿਬਰਲ ਨੂੰ ਜਾਊਗਾ ਜਾਂ ਇਹ ਇੱਕ ਭਰਮ ਹੀ ਹੈ? ਦੇਖੋ ਇਹ ਇੱਕ ਵੋਟ ਬੈਂਕ ਤੇ ਹੈ ਜਿਸ ਕਾਰਨ ਹੈ ਨਾ, ਜਿਹੜੀ ਇਮੀਗ੍ਰੇਸ਼ਨ ਹੈਗੀ, ਜਿਵੇਂ ਗੁਰਪ੍ਰੀਤ ਦੀ ਗੱਲ ਕਰਦੇ ਕਿ ਆਪਾਂ ਜਿੰਨਾ ਵੀ ਭਾਈਚਾਰਾ ਉੱਥੋਂ ਆ ਰਿਹਾ, ਜਿਹੜਾ ਏਸ਼ੀਆ ਤੋਂ ਆ ਰਿਹਾ, ਆਪਣੇ ਵਾਸਤੇ ਹੋਰ ਕੋਈ ਮੁੱਦਾ ਇੰਪੋਰਟੈਂਟ ਨਹੀਂ ਹੈਗਾ। ਨਾ ਸਾਡੇ ਵਾਸਤੇ ਕਲਾਈਮੇਟ ਕੋਈ ਇੰਪੋਰਟੈਂਟ ਹੈ, ਨਾ ਅਫੋਰਡੇਬਿਲਟੀ ਨਾ ਸਾਡੇ ਕੋਈ ਗੈਂਗ ਇਨ ਸਭ ਇੰਪੋਰਟੈਂਟ ਹੈ, ਸਾਡੇ ਵਾਸਤੇ ਇਮੀਗ੍ਰੇਸ਼ਨ ਇੰਪੋਰਟੈਂਟ ਹੈ। ਸੋ ਜੇ ਸੀਰੀਅਨ ਲੋਕਾਂ ਨੂੰ ਬੰਦੇ ਲੈ ਕੇ ਆਉਂਦੇ ਆ ਜਾਂ ਅਫਗਾਨਿਸਤਾਨ ਲੋਕਾਂ ਨੂੰ ਲੈ ਕੇ ਆਉਂਦੇ, ਉਹ ਕਿਤੇ ਨਾ ਕਿਤੇ ਹਮਦਰਦੀ ਤੇ ਕਿਤੇ ਨਾ ਕਿਤੇ ਪ੍ਰਗਟ ਹੁੰਦੀ ਆ, ਠੀਕ ਹੈ ਨਾ ਜੀ। ਪਰ ਜਿਹੜਾ ਮੇਨ ਸਟ੍ਰੀਮ ਜਿਹੜੀ ਆਪਣੀਆਂ ਵੋਟ ਹੈਗੀ ਆ ਜੀ, ਉਹ ਡਿਫਰੈਂਟ ਤਰੀਕੇ ਨਾਲ ਵੇਖਦੇ ਆ, ਠੀਕ ਹੈ। ਜਿਹੜੀ ਹਿਊਮਨਟੇਰੀਅਨ ਗਰਾਊਂਡ ਹੈਗੀ ਉਹਦੇ ਇੱਕ ਹੈਗਾ ਹੀ ਹੈਗਾ ਕਿ ਸਾਨੂੰ ਇੰਟਰਨੈਸ਼ਨਲ ਲਾਅ ਦੇ ਅਧੀਨ ਸਾਨੂੰ ਕਿਤੇ ਨਾ ਕਿਤੇ ਇਮੀਗ੍ਰੇਸ਼ਨ ਹੈਗੀ ਆ, ਉਹ ਪ੍ਰੋਵਾਈਡ ਕਰਨ ਦੀ ਲੋੜ ਪੈਣੀ, ਜਿਵੇਂ ਅਫਗਾਨਿਸਤਾਨ 'ਚ ਹੈਗੀ ਉਹ ਵੀ ਸਾਨੂੰ ਪ੍ਰੋਵਾਈਡ ਕਰਨ ਦੀ ਲੋੜ ਪੈਣੀ, ਉਹ ਇੱਕ ਹਿਊਮਨਟੇਰੀਅਨ ਗਰਾਊਂਡ ਹੈਗੀ ਆ। ਪਰ ਜਦੋਂ ਤੁਸੀਂ ਕੋਈ ਸਰਹੱਦ ਜਿਹੜੀ ਆ ਲਕਸ਼ਮਣ ਰੇਖਾ ਕ੍ਰਾਸ ਕਰਦੇ ਆ, ਉਹਦਾ ਕਿਤੇ ਨਾ ਕਿਤੇ ਖਮਿਆਜਾ ਭੁਗਤਣਾ ਜ਼ਰੂਰ ਪੈਂਦਾ ਵਾ ਜੀ। ਕਲਾਈਮੇਟ ਬਹੁਤ ਵੱਡਾ ਮੁੱਦਾ ਬਣਿਆ, ਗ੍ਰੀਨ ਪਾਰਟੀ ਕੁਝ ਕਰੂਗੀ ਐਤਕੀ, ਉਹਦਾ ਕੋਈ ਰੋਲ ਹੈਗਾ? ਗ੍ਰੀਨ ਪਾਰਟੀ ਦੇ ਜਿਹੜੇ ਲੀਡਰਸ਼ਿਪ ਹੈ ਉਹਨਾਂ ਦੀ ਆਪਸ ਦੇ ਵਿੱਚ ਜਿਹੜਾ ਇਤਫਾਕ ਦੀ ਘਾਟ ਆ, ਉਹਦੇ ਕਰਕੇ ਜਿਹੜਾ ਲੱਗਦਾ ਆ ਵੀ ਉਹ ਅੱਜ ਕੋਈ ਖਾਸ ਕ੍ਰਿਸ਼ਮਾ ਨਹੀਂ ਦਿਖਾ ਸਕਣਗੇ। ਉਹਨਾਂ ਦੇ ਮੁੱਦੇ ਐਨਡੀਪੀ ਚੋਰੀ ਕਰ ਰਹੀ ਆ। ਹੁਣ ਐਨਡੀਪੀ ਦੇ ਜਗਮੀਤ ਸਿੰਘ ਦਾ ਅੱਜ ਐਲਾਨ ਸੀਗਾ ਵੀ ਜੇ ਸਾਡੀ ਸਰਕਾਰ ਬਣੀ ਤਾਂ ਅਸੀਂ ਆਇਲ ਅਤੇ ਗੈਸ 'ਤੇ ਦਿੱਤੀ ਜਾਂਦੀ ਸਬਸਿਡੀ ਜਿਹੜੀ ਆ ਖਤਮ ਕਰਾਂਗੇ। ਹੁਣ ਇਸ ਬਿਆਨ ਨੂੰ ਪੰਜਾਬੀ ਕਮਿਊਨਿਟੀ ਨੇ ਇਸ ਤਰੀਕੇ ਦੇ ਨਾਲ ਲੈਣਾ, ਸਾਡਾ ਤਾਂ ਗੈਸ ਤੇ ਜਿਹੜਾ ਆ ਤੇਲ ਹੋਰ ਮਹਿੰਗਾ ਹੋ ਜਾਣਾ, ਇਹਦਾ ਪਹਿਲਾਂ ਹੀ ਬਹੁਤ ਅੱਗ ਲੱਗੀ ਆ ਕਿ ਪੁੱਠੀਆਂ ਗੱਲਾਂ ਕਰੀ ਜਾਂਦਾ। ਪਰ ਕੁਝ ਲੋਕ ਜਿਹੜੇ ਗਲੋਬਲ ਵਾਰਮਿੰਗ ਦੀ ਗੱਲ ਕਰਦੇ ਆ, ਵਾਤਾਵਰਨ ਬਾਰੇ, ਭਵਿੱਖ ਬਾਰੇ ਚਿੰਤਤ ਆ, ਉਹਨਾਂ ਨੂੰ ਇੱਕ ਜਗਮੀਤ ਸਿੰਘ ਦੀ ਗੱਲ ਚੰਗੀ ਬਹੁਤ ਲੱਗਣੀ ਆ ਕਿ ਬੰਦਾ ਫਿਊਚਰ ਦੀ ਸੋਚਦਾ ਆ। ਸੋ ਹਰੇਕ ਮੁੱਦੇ ਨੂੰ ਹਰੇਕ ਕਮਿਊਨਿਟੀ, ਹਰੇਕ ਭਾਈਚਾਰਾ ਅੱਡ-ਅੱਡ ਤਰੀਕੇ ਦੇ ਨਾਲ ਜਿਹੜਾ ਆ ਉਹ ਲੈਂਦਾ ਆ। ਗ੍ਰੀਨ ਪਾਰਟੀ ਦੇ ਮੁੱਦੇ ਜਿਹੜੇ ਆ ਉਹ ਜਗਮੀਤ ਸਿੰਘ ਦੀ ਐਨਡੀਪੀ ਵੱਲੋਂ ਖੋਏ ਜਾ ਰਹੇ ਆ। ਸਾਡੇ ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਹੁੰਦੇ ਆ, ਮੰਤਰੀ ਵੀ ਬਹੁਤ ਜ਼ਿਆਦਾ ਸਾਡੇ ਆਮ ਤੌਰ ਦੇ ਉੱਤੇ ਲਿਬਰਲ ਸਰਕਾਰ ਦੇ ਵਿੱਚ ਰਹੇ ਆ। ਓਵਰਆਲ ਪੰਜਾਬੀ ਭਾਈਚਾਰੇ ਦਾ ਕਿੰਨਾ ਕੁ ਅਸਰ ਹੁੰਦਾ ਵੀ ਇਹ ਪ੍ਰਭਾਵ ਪਾ ਸਕਦੇ ਆ? ਕਿੱਥੇ ਕੁ ਤੱਕ ਦੇਖਦੇ ਹੋ ਇਹਨੂੰ ਇਸ ਸਥਿਤੀ ਵਿੱਚ ਹੁਣ ਕੇ ਜਦੋਂ ਸਾਰੀਆਂ ਸੀਟਾਂ ਆਲਮੋਸਟ ਜਿਹੜੀਆਂ ਤੈਅ ਆ? ਤਕਰੀਬਨ ਮੇਰੇ ਹਿਸਾਬ ਦੇ ਨਾਲ ਜੀ ਘੱਟੋ ਘੱਟ 25-30 ਸੀਟਾਂ, ਸ਼ਾਇਦ ਇਹ ਤੋਂ ਵੱਧ ਵੀ ਹੋਣ, ਇਹਨਾਂ ਦੇ ਉੱਤੇ ਅਸਰ ਕਰਦੇ ਆ। ਪਰ ਸੀਟਾਂ ਦੇ ਨਾਲੋਂ ਫੰਡ ਰੇਜ਼ ਦੇ ਵਿੱਚ ਅਸਰ ਜ਼ਿਆਦਾ ਪਾਉਂਦੇ ਆ। ਜਿਹੜੀ ਫੰਡ ਰੇਜ਼ ਜਿਹੜਾ ਆ ਉਹਦੇ ਵਿੱਚ ਅਸਰ ਉਹਨਾਂ ਦਾ ਜ਼ਿਆਦਾ ਹੁੰਦਾ ਆ। ਅਤੇ ਨਾਲ ਦੀ ਨਾਲ ਕਿਤੇ ਨਾ ਕਿਤੇ ਇਹ ਵੀ ਗੱਲ ਹੈਗੀ ਆ ਕਿ ਜਿਹੜੀ ਕਹਿ ਲਓ ਵੀ ਹਿੱਸਾ ਲੈਣ ਦੀ ਸ਼ਕਤੀ ਆ ਜਾਂ ਚਾਹਤ ਆ ਉਹ ਜ਼ਿਆਦਾ ਆ। ਜਿਹੜੇ ਕੌਕੇਸ਼ੀਅਨ ਲੋਕ ਆ, ਜਿਹਨਾਂ ਵੀ ਦੇਖੀਏ ਵੀ ਕਿੰਨੇ % ਲੋਕ ਜਿਹੜੇ ਆ ਉਹ ਇੱਛਾ ਰੱਖਦੇ ਆ ਚੋਣਾਂ ਦੇ ਵਿੱਚ, ਬੇਸ਼ੱਕ ਉਹ 60% ਗਿਣਤੀ ਹੋਵੇ, ਪਰ ਉਹ 60% ਜਿਹੜਾ ਚੋਣਾਂ ਸਰਗਰਮੀ ਨਾਲ ਭਾਗ ਨਹੀਂ ਲੈਂਦੇ। ਦੂਜੇ ਪਾਸੇ ਜਿਹੜੇ ਪੰਜਾਬੀ ਕਮਿਊਨਿਟੀ ਆ, ਬੇਸ਼ੱਕ ਹੋਣ 1.5-2% ਹੀ, ਪਰ ਉਹਨਾਂ ਦੀ ਜਿਹੜੀ ਇੱਛਾ ਸ਼ਕਤੀ, ਦਿਲਚਸਪੀ ਆ ਉਹ 15-20% ਦੇ ਵੀ ਲਾਗੇ ਹੋ ਜਾਂਦੀ ਆ। ਅਤੇ ਇਹ ਜ਼ਰੂਰ ਜਿਹੜਾ ਫਰਕ ਦੇਖਣ ਦੇ ਵਿੱਚ ਆ ਰਿਹਾ ਆ। ਬਾਕੀ ਉਹ ਵੋਟਾਂ ਦੇ ਨਾਲੋਂ ਪੈਸੇ ਦੇ ਰੂਪ ਦੇ ਵਿੱਚ, ਫੰਡ ਰੇਜ਼ ਦੇ ਵਿੱਚ ਪਾਰਟੀਆਂ ਨੂੰ ਜ਼ਿਆਦਾ ਯੋਗਦਾਨ ਪਾਉਂਦੇ ਆ। ਪੰਜਾਬੀਆਂ ਨੂੰ ਕਿਹਦੀ ਸਪੋਰਟ ਕਰਨੀ ਚਾਹੀਦੀ ਆ ਇਮੀਗ੍ਰੇਸ਼ਨ ਦੇ ਮੁੱਦੇ ਤੇ ਵੀ ਵੱਧ ਤੋਂ ਵੱਧ ਲੋਕ ਜਿਹੜਾ ਇੱਥੇ ਲੈ ਆਵੇ? ਸਾਡੇ ਜਿਹੜੇ ਭਾਈ ਭਰਾ ਪੰਜਾਬ 'ਚ ਆ, ਰਿਸ਼ਤੇਦਾਰ ਆ, ਉਹ ਵੀ ਇੱਥੇ ਆ ਜਾਣ। ਜੇ ਕੋਈ ਪਾਰਟੀ ਇੱਦਾਂ ਦੀ ਗੱਲਬਾਤ ਜ਼ਿਆਦਾ ਕਰਦੀ ਆ ਤਾਂ ਪੰਜਾਬੀਆਂ ਨੂੰ ਉਹਦੀ ਸਪੋਰਟ ਕਰਨੀ ਚਾਹੀਦੀ ਹੈ। ਕੀ ਲੱਗਦਾ? ਮੇਰੇ ਹਿਸਾਬ ਦੇ ਨਾਲ ਜਿਹੜੇ ਹੈ ਨਾ, ਇਹ ਫਿਰ ਕਿਸੇ ਨੂੰ ਇੰਡੋਰਸਮੈਂਟ ਕਰਨ ਵਾਲੀ ਗੱਲ ਹੋ ਜਾਣੀ ਹੈ। ਸਵਾਲ ਦਾ ਜਵਾਬ ਜਿਹੜਾ ਦੇ ਦਿੰਦੇ ਹੈ ਨਾ, ਅਤੇ ਮੈਂ ਚਾਹੁੰਦਾ ਨਹੀਂ ਵੀ ਮੈਂ ਕਿਸੇ ਨੂੰ ਇੰਡੋਰਸ ਕਰਾਂ। ਹੁਣ ਤਾਂ ਤਿੰਨੇ ਪਾਰਟੀਆਂ ਜਿਹੜੀਆਂ ਆ ਉਹ ਤਿੰਨੇ ਹੀ ਜਿਹੜੀਆਂ ਆ, ਜੇ ਹੁਣ ਆਪਾਂ ਸਟੂਡੈਂਟਸ ਦੀ ਗੱਲ ਕਰੀਏ ਤਾਂ ਕੰਜ਼ਰਵੇਟਿਵ ਨੇ ਪ੍ਰੋਗਰਾਮ ਸ਼ੁਰੂ ਕੀਤੇ ਆ। ਜਿਹੜੇ ਆਪਣੇ ਮਾਪੇ ਆਉਣ ਲੱਗੇ ਸੁਪਰ ਵੀਜ਼ੇ ਤੇ, ਇਹ ਵੀ ਕੰਜ਼ਰਵੇਟਿਵ ਸਰਕਾਰ ਤੋਂ ਆਉਣ ਲੱਗੇ ਆ। ਅਤੇ ਲਿਬਰਲ ਸਰਕਾਰ ਜਿਹੜੀ ਆ ਉਹਨਾਂ ਨੇ ਗਿਣਤੀ ਜ਼ਰੂਰ ਹਰ ਸਾਲ ਵਧਾਈ ਆ। ਐਨਡੀਪੀ ਜਿਹੜੀ ਉਹ ਵੀ ਇਮੀਗ੍ਰੇਸ਼ਨ ਦੇ ਹੱਕ ਦੇ ਵਿੱਚ ਆ। ਸੋ ਇਹ ਲੋਕਾਂ ਨੂੰ ਖੁਦ ਵਿਚਾਰਨਾ ਚਾਹੀਦਾ ਆ। ਨਾਲੇ ਇਕੱਲਾ ਇਮੀਗ੍ਰੇਸ਼ਨ ਮੁੱਦਾ ਨਹੀਂ ਹੈਗਾ, ਮੁੱਦੇ ਜਿਹੜੇ ਇੱਥੇ ਕੈਨੇਡਾ ਦੇ ਹੋਰ ਬਹੁਤ ਆ। ਕੈਨੇਡਾ ਦੇ ਹਿਊਮਨ ਰਾਈਟਸ ਦਾ ਇਸ਼ੂ ਹੈਗੇ ਆ, ਇੱਥੇ ਕਿਹੜੇ ਲੋਕ ਆਉਣੇ ਚਾਹੀਦੇ ਆ, ਕਿਹੜੇ ਨਹੀਂ ਆਉਣੇ ਚਾਹੀਦੇ। ਹੁਣ ਜਿਹੜਾ ਮੇਰਾ ਫਿਕਰ ਹੈ ਉਹ ਇਹ ਆ ਕਿ ਇਮੀਗ੍ਰੇਸ਼ਨ ਦੇ ਵਿੱਚ ਥਰਡ ਵਰਲਡ ਕੰਟਰੀਜ਼ ਤੋਂ ਜਿਹੜੇ ਬੰਦੇ ਆ ਰਹੇ ਆ, ਉਹਨਾਂ 'ਚੋਂ ਬਹੁਤੇ ਬੰਦੇ ਉਹ ਆ ਰਹੇ ਜਿਨ੍ਹਾਂ ਨੇ ਸਾਰੀ ਉਮਰ ਕਰਪਸ਼ਨ ਕੀਤੀ ਹੈ। ਇਕੱਲੇ ਭਾਰਤ ਤੋਂ ਨਹੀਂ, ਪੰਜਾਬ ਤੋਂ ਨਹੀਂ, ਚੀਨ ਤੋਂ, ਰੂਸ ਤੋਂ, ਮਿਡਲ ਈਸਟ ਤੋਂ ਪੈਸੇ ਦੇ ਜ਼ੋਰ ਨਾਲ ਉਹ ਲੋਕ ਆ ਰਹੇ ਆ ਜਿਨ੍ਹਾਂ ਨੇ ਹਮੇਸ਼ਾ ਬਲੈਕ ਮਨੀ ਕਮਾਈ ਆ। ਤੁਹਾਨੂੰ ਕੀ ਲੱਗਦਾ ਉਹ ਇੱਥੇ ਕੈਨੇਡਾ ਆ ਕੇ ਵਾਈਟ ਮਨੀ 'ਚ ਕੰਮ ਕਰਨ ਲੱਗ ਪੈਣਗੇ, ਜਾਂ ਉਹ ਆ ਕੇ ਇੱਥੇ ਮਿਹਨਤ ਨਾਲ ਕੰਮ ਕਰਨ ਲੱਗ ਪੈਣਗੇ? ਕੈਨੇਡਾ ਦਾ ਬਹੁਤ ਹੀ ਭਲਾਮਾਨ ਸਿਸਟਮ, ਜਿਹਨੂੰ ਕਿ ਬਹੁਤ ਛੇਤੀ ਮੈਨੀਪੂਲੇਟ ਕੀਤਾ ਜਾ ਸਕਦਾ ਆ ਘਪਲਿਆਂ ਦੇ ਵਿੱਚ। ਉਹ ਲੋਕ ਇੱਥੇ ਆ ਕੇ ਨਵੀਆਂ ਜਿਹੜੀਆਂ ਚੀਜ਼ਾਂ ਲੱਭਣਗੇ, ਚੋਰ ਮੋਰੀਆਂ ਲੱਭਣਗੇ, ਅਤੇ ਉਹ ਇੱਥੇ ਨੁਕਸਾਨ ਕਰਨਗੇ। ਸੋ ਇਮੀਗ੍ਰੇਸ਼ਨ ਦਾ ਫਾਇਦਾ ਹੀ ਤਾਂ ਨੁਕਸਾਨ ਵੀ ਹੋਣਾ ਆ। ਬਹੁਤ ਲੋਕ ਇਸ ਤਰ੍ਹਾਂ ਵੀ ਸੋਚ ਰਹੇ ਆ। ਅਤੇ ਹੋਰ ਮੁੱਦੇ ਵੀ ਜਿਹੜੇ ਆ ਉਹ ਜ਼ਿਆਦਾ ਭਾਰੂ ਰਹਿਣਗੇ। ਇਕੱਲਾ ਇਮੀਗ੍ਰੇਸ਼ਨ ਮੁੱਦਾ ਨਹੀਂ ਹੈਗਾ, ਹਾਊਸਿੰਗ ਅਫੋਰਡੇਬਿਲਟੀ ਜਿਹੜੀ ਆ ਉਹ ਬਹੁਤ ਵੱਡਾ ਮੁੱਦਾ ਬਣਨ ਜਾ ਰਹੀ ਆ, ਵੱਡਾ ਆਉਣ ਵਾਲੇ ਦਿਨਾਂ ਦੇ ਵਿੱਚ। ਤੁਸੀਂ ਰੀਅਲਟਰ ਵੀ ਹੋ, ਤੁਸੀਂ ਵੀ ਹੋ ਬਲਦੀਪ ਸਿੰਘ ਜੀ,
ਹਾਊਸਿੰਗ ਅਫੋਰਡੇਬਿਲਟੀ ਮੁੱਦਾ ਹਰ ਵਾਰੀ ਵੋਟਾਂ ਦੇ ਵਿੱਚ ਹੁੰਦਾ ਆ, ਹਰ ਵਾਰੀ ਪਲੇਟਫਾਰਮ ਦੇ ਵਿੱਚ ਹੁੰਦਾ। ਇਹ ਕੋਈ ਸਰਕਾਰਾਂ ਦੇ ਹੱਥ ਵੱਸ ਹੈਗਾ ਵੀ ਹੈ ਇਹ ਚੀਜ਼, ਜਾਂ ਇਹ ਵੀ ਮੁੱਦਾ ਹੀ ਇੰਨਾ ਗੁੰਝਲਦਾਰ ਆ ਕਿ ਸਰਕਾਰ ਕਰ ਹੀ ਕੁਛ ਨਹੀਂ ਸਕਦੀ? ਦੇਖੋ, ਜਿਸ ਕਾਰਨ ਡਿਮਾਂਡ ਐਂਡ ਸਪਲਾਈ, ਸਰਕਾਰ ਬਾਹਲਾ ਕੁਛ ਇਹਦੇ ਵਿੱਚ ਨਹੀਂ ਕਰ ਸਕਦੀ। ਸਰਕਾਰ ਨੇ ਬਹੁਤ ਟਰਾਈ ਕੀਤੀ ਆਪਣੇ ਸਟ੍ਰੈਸ ਟੈਸਟ ਲਾਉਣ ਦੀ ਵੀ, ਜਾਂ ਇਨਕਮ ਦਾ ਕ੍ਰਾਈਟੇਰੀਆ ਵਧਾਉਣ ਦੀ, ਜਾਂ ਜਿਹੜੀ ਮੌਰਗੇਜ ਦੀ ਜਿਹੜੀਆਂ ਸੀਗੀਆਂ ਟਰਮ ਸੀ ਉਹਨੂੰ ਉੱਪਰ ਥੱਲੇ ਕਰਨ ਦੀ, ਪਰ ਇਹ ਮਾਰਕੀਟ ਕਿਤੇ ਵੀ ਸਟਾਪ ਨਹੀਂ ਹੋਈ। ਇਹ ਤੇ ਅਫੋਰਡੇਬਿਲਟੀ ਦਾ ਇਸ਼ੂ ਆਲਵੇਜ਼ ਹੋਣਾ ਹੀ ਹੋਣਾ ਵਾ, ਕਿਉਂਕਿ ਜਿਹੜਾ ਸਾਡਾ ਲਿਵਿੰਗ ਜਿਹੜੀ ਆ ਲਾਈਫ ਹੈਗੀ ਉਹ ਕਾਫੀ ਐਕਸਪੈਂਸਿਵ ਹੈ ਨਾ ਜਿੱਥੇ। ਸੋ ਇਸ ਕਰਕੇ ਇਹ ਅਫੋਰਡੇਬਿਲਟੀ ਨੂੰ ਟੈਕਲ ਕਰਨਾ ਇੱਕ ਬਹੁਤ ਵੱਡੀ ਪ੍ਰੋਬਲਮ ਹੈ। ਹੁਣ ਟੋਰੀ ਗਵਰਨਮੈਂਟ ਦੀ ਪਾਰਟੀ ਹੈਗੀ ਉਹ ਵੀ ਆਪਣੇ ਪਲੇਟਫਾਰਮ ਦੇ ਰਹੀ ਹੈ, NDP ਵੀ ਦੇ ਰਹੀ ਹੈ ਕਿ ਅਸੀਂ ਅਫੋਰਡੇਬਿਲਟੀ ਵਾਸਤੇ ਇਹ ਕੁਝ ਕਰਾਂਗੇ, ਪਰ ਉਹ ਚੀਜ਼ਾਂ ਪੇਪਰਾਂ ਦੇ ਵਿੱਚ ਹੀ ਦੇਖਣ ਲੱਗਦੀਆਂ, ਜਦਕਿ ਉਹਦਾ ਅਸਲ ਜਿਹੜਾ ਰਿਜ਼ਲਟ ਹੈਗਾ ਉਹ ਵੇਖਣ ਨੂੰ ਬਹੁਤ ਘੱਟ ਮਿਲਦਾ। ਸੋ ਇਸ ਕਰਕੇ ਜਿਹੜੀ ਮਾਰਕੀਟ ਹੈਗੀ ਅਫੋਰਡੇਬਿਲਟੀ ਇਸ਼ੂ ਆਲਵੇਜ਼ ਹੀ ਹੋਏਗਾ। ਹੁਣ ਜਿਹੜਾ ਘਰ ਅੱਜ ਤੋਂ 6 ਮਹੀਨੇ ਪਹਿਲਾਂ ਮਿਲੀਅਨ ਦਾ ਵਿਕਦਾ ਸੀ ਉਹ ਹੁਣ 1.5 ਦਾ ਹੋ ਗਿਆ। ਉਹ ਜਿਹੜਾ 5 ਲੱਖ ਹੈਗਾ ਉਹਨੂੰ ਤੁਸੀਂ ਥੱਲੇ ਕਿੱਦਾਂ ਲੈ ਕੇ ਆਵੋਗੇ? ਜਾਂ ਤਾਂ ਕੋਈ ਬਹੁਤ ਵੱਡਾ ਤੁਸੀਂ ਇਹੋ ਜਿਹੀ ਪਾਲਿਸੀ ਕ੍ਰੀਏਟ ਕਰੋਗੇ ਹਾਂ ਵੀ ਉਹ 15 ਲੱਖ ਦਾ ਘਰ ਫਿਰ ਮਿਲੀਅਨ ਤੇ ਆ ਜਾਵੇ। ਸੋ ਉਹ 15 ਲੱਖ ਦਾ ਘਰ ਅਗਰ ਸਾਨੂੰ 2 ਮਿਲੀਅਨ ਦਾ ਹੋ ਜਾਣਾ। ਸੋ ਅਫੋਰਡੇਬਿਲਟੀ ਦਾ ਇਸ਼ੂ ਸਰ ਹੋਣਾ ਹੀ ਹੋਣਾ, ਉਹਨੂੰ ਤੁਸੀਂ ਨਹੀਂ ਕਰ ਸਕਦੇ ਕਿਸੇ ਵੀ ਤਰੀਕੇ ਨਾਲ। ਹਾਂ, ਤੁਸੀਂ ਸਬਸਿਡੀ ਦੇ ਕੇ, ਜਾਂ ਜਿਵੇਂ ਹੁਣ ਫਸਟ ਟਾਈਮ ਬਾਇਰ ਹੈਗਾ ਉਹਦਾ 5 ਲੱਖ ਦਾ ਰੱਖਿਆ ਹੋਇਆ ਜਿਹਦੇ ਕੁਝ ਆਉਂਦਾ ਹੀ ਨਹੀਂਗਾ, ਜਾਂ ਤੇ ਉਹਦਾ ਥ੍ਰੈਸ਼ਹੋਲਡ ਵਧਾਇਆ ਜਾਵੇ ਕਿ ਲੋਕ ਉਹ 'ਚ ਵੱਧ ਕੁਆਲੀਫਾਈ ਕਰਨ। ਜਿਹੜੇ CMSE ਦੇ ਰੂਲਸ ਹੈਗੇ ਉਹਨਾਂ ਨੂੰ ਚੇਂਜ ਕੀਤਾ ਜਾਵੇ, ਕੋਈ ਮੌਰਗੇਜ ਦੀ ਟਰਮ ਨੂੰ ਚੇਂਜ ਕੀਤਾ ਜਾਵੇ, ਫਿਰ ਤੇ ਕੁਛ ਨਾ ਕੁਛ ਚੇਂਜ ਕੀਤਾ ਜਾ ਸਕਦਾ। ਪਰ ਜੇਕਰ ਉਹ ਸਾਰਾ ਕੁਝ ਉੱਥੇ ਰਹਿੰਦਾ ਵਾ, ਅਫੋਰਡੇਬਿਲਟੀ ਇਸ਼ੂ ਨੂੰ ਟੈਕਲ ਕਰਨਾ ਇਟਸ ਮੈਸ। ਜਸਕਰਨ ਜੀ, ਇਹਦੇ ਬਾਰੇ ਮੈਂ ਇੱਕ ਗੱਲ ਐਡ ਕਰਨੀ ਚਾਹੁੰਦਾ। ਮੈਨੂੰ ਇਦਾਂ ਲੱਗਦਾ ਵੀ ਸਰਕਾਰਾਂ ਇਹ ਮਸਲਾ ਹੱਲ ਹੀ ਨਹੀਂ ਕਰਨਾ ਚਾਹੁੰਦੀਆਂ ਹਨਾ। ਇਹ ਸਰਕਾਰਾਂ ਦਾ ਕਮਾਊ ਬੇਟਾ ਹੈਗਾ ਜੀ। ਉਹ ਇੱਕ ਕਹਾਵਤ ਨਹੀਂ ਹੈ ਕਿ ਮਲਾਈ ਖਾਂਦਿਆਂ ਦੇ ਦੰਦ ਘਸਦੇ ਆ ਤਾਂ ਘਸਣ ਦਿਓ। ਸੋ ਹੁਣ ਸਰਕਾਰਾਂ ਨੂੰ ਇਹ ਤੋਂ ਇੰਨਾ ਫਾਇਦਾ ਹੋ ਰਿਹਾ ਪ੍ਰੋਪਰਟੀ ਟਰਾਂਸਫਰ ਟੈਕਸ ਦੇ ਰੂਪ ਦੇ ਵਿੱਚ, ਹੋਰ ਟੈਕਸਸ, ਫੋਰਨ ਬਾਇਰ ਟੈਕਸ ਦੇ ਰੂਪ ਦੇ ਵਿੱਚ, ਕਿ ਉਹਨਾਂ ਦੀ ਬਹੁਤੀ ਜਿਹੜੀ ਆਈ ਚਲਾਈ ਔਰ ਜੇ BC ਸਰਕਾਰ ਦੀ ਆਪਾਂ ਗੱਲ ਕਰ ਲਈਏ ਤਾਂ ਇਹਨਾਂ ਨੂੰ ਜਿਹੜੀ ਆਮਦਨੀ ਮੁੱਖ ਜਿਹੜੀ ਆ ਉਹ ਰੀਅਲ ਸਟੇਟ ਤੋਂ ਹੋ ਰਹੀ ਆ। ਇੱਦਾਂ ਕੈਨੇਡਾ ਸਰਕਾਰ ਨੂੰ ਜਿਹੜੇ ਟੈਕਸਸ ਤੋਂ ਬਹੁਤ ਪੈਸਾ ਜਿਹੜਾ ਆ ਉਹ ਜਾ ਰਿਹਾ। ਜਿਹੜੀ ਮੁਨਾਫਾ ਹੁੰਦਾ, ਕੈਪੀਟਲ ਗੇਨਸ ਹੁੰਦੇ ਆ, ਉਹਦੇ ਵਿੱਚ ਬਹੁਤ ਟੈਕਸ ਜਿਹੜਾ ਆ ਉਹ ਜਾ ਰਿਹਾ। ਸਰਕਾਰਾਂ ਇਹ ਕਦੀ ਵੀ ਨਹੀਂ ਚਾਹਣਗੀਆਂ ਕਿ ਜਿਹੜੀ ਇਹ ਹਾਊਸਿੰਗ ਅਫੋਰਡੇਬਿਲਟੀ ਜਿਹੜੀ ਆ ਕੀਤੀ ਜਾਵੇ। ਇਹ ਇੱਕ ਹਮੇਸ਼ਾ ਚੋਣ ਮੁੱਦਾ ਰਹੂਗਾ, ਨਹੀਂ ਤਾਂ ਕਰਨਾ ਕੀ ਔਖਾ ਆ। ਕੁਝ ਮੁਲਕ ਇਹੋ ਜਿਹੇ ਆ ਉਹਨਾਂ ਨੇ ਇਹ ਕਰ ਦਿੱਤਾ ਵੀ ਰਹਿਣ ਲਈ ਇੱਕ ਘਰ ਤੁਸੀਂ ਖਰੀਦ ਸਕਦੇ ਹੋ, ਕਹਾਣੀ ਖਤਮ। ਜਿਹੜਾ ਤੁਸੀਂ ਦੂਜਾ ਘਰ ਖਰੀਦਣਾ ਆ ਉਹਦੇ ਉੱਤੇ ਟੈਕਸ ਇੰਨੇ ਵਧਾ ਦਿੱਤੇ ਉਹਨਾਂ ਨੇ, ਪਰ ਜਿਹੜੇ ਘਰ 'ਚ ਰਹਿਣਾ ਆ ਤੁਸੀਂ ਉਹ ਤੁਹਾਡਾ ਘਰ ਆ। ਬਾਕੀ ਕਮਰਸ਼ੀਅਲ ਪ੍ਰਾਪਰਟੀ ਦੀ ਜ਼ਾਦੇ ਵਿੱਚ ਆਉਣਗੇ ਜਾਂ ਉੱਤੇ ਇੰਨਾ ਟੈਕਸ ਪਊਗਾ। ਆਪੇ ਨਹੀਂ ਕਹਿੰਦੇ 8-8 9-9 ਘਰ ਲੈਣੇ, ਕਰ ਸਕਦੇ ਆ ਸਾਰਾ ਕੁਝ, ਪਰ ਕਰਨਾ ਨਹੀਂ ਚਾਹੁੰਦੇ ਕਿਉਂਕਿ ਪੈਸਾ ਆਉਂਦਾ ਹੈ। ਆਖਰੀ ਸਵਾਲ, ਇਕਨੋਮੀ ਕਿੱਡੀ ਕੁ ਵੱਡਾ ਇਸ਼ੂ ਰਹੂਗਾ ਤੇ ਇਕਨੋਮੀ ਦੇ ਵਿੱਚ ਲਿਬਰਲ ਦਾ ਹੱਥ ਉੱਪਰ ਰਹੂਗਾ ਵੀ ਇਹਨਾਂ ਨੇ ਚੰਗੀ ਤਰ੍ਹਾਂ ਹੈਂਡਲ ਕੀਤਾ? ਦੇਖੋ, ਜਿਹੜੀ ਗਵਰਨਮੈਂਟ ਆਲਰੇਡੀ ਜਿਹੜੀ ਰੂਲ ਕਰਦੀ ਜਿਸ ਕਾਰਨ ਉਹਨਾਂ ਦਾ ਹੱਥ ਆਲਵੇਸ ਹੀ ਉੱਪਰ ਹੀ ਹੁੰਦਾ, ਕਿਉਂਕਿ ਜੇਕਰ ਉਹਨਾਂ ਨੇ ਜੇ ਹੁਣ ਡੈਫੀਸ਼ੀਟ ਵੀ ਦਿਖਾਇਆ 350 ਬਿਲੀਅਨ ਦਾ, ਉਹਨਾਂ ਕੋਲ ਉਹਦਾ ਲੌਜਿਕ ਹੈ ਕਿ ਅਸੀਂ ਐਡਾ ਡੈਫੀਸ਼ੀਟ ਕਿਉਂ ਦਿਖਾ ਰਹੇ ਹਾਂ ਨਾ ਜੀ, ਕਿਉਂਕਿ ਉਹ ਸਪੈਂਡਿੰਗ ਕਰਨ ਜਾ ਰਹੇ ਆ। ਕਿਉਂਕਿ ਸਪੈਂਡਿੰਗ ਉਹ ਤਾਂ ਆਪਣੇ ਆਪ ਨੂੰ ਲੌਜੀਕਲੀ ਪ੍ਰੂਵ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜੇ ਅਸੀਂ ਇਹ ਸਪੈਂਡਿੰਗ ਨਾ ਕਰਦੇ ਤਾਂ ਕੋਵਿਡ ਦੇ ਵਿੱਚ ਕੈਨੇਡੀਅਨ ਲੋਕਾਂ ਦਾ ਬਹੁਤ ਬੁਰਾ ਹਾਲ ਹੋਣਾ ਸੀ। ਸੋ ਜੇਕਰ ਦੂਜੀਆਂ ਪਾਰਟੀਆਂ ਨੂੰ ਦੇਖਿਆ ਜਾਵੇ, ਉਹਨਾਂ ਨੇ ਹਜੇ ਕੋਈ ਇਹੋ ਜਿਹਾ ਵਧੀਆ ਪਲੇਟਫਾਰਮ ਦਿੱਤਾ ਨਹੀਂ। ਪਰ ਜੇਕਰ ਤੁਸੀਂ ਓਵਰਆਲ ਪਿਕਚਰ ਪਿਛਲੀ ਹਿਸਟਰੀ ਵੱਲ ਵੇਖਦੇ ਹੋ, ਜਦੋਂ ਵੀ ਟੋਰੀ ਪਾਰਟੀ ਆਈ ਆ ਜੀ, ਆਲਵੇਸ ਹੀ ਉਹਨਾਂ ਨੇ ਜਿਹੜਾ ਇਕਨੋਮੀ ਹੈਗੀ ਉਹਨੂੰ ਸਟੇਬਲ ਕਰਨ ਦੀ ਕੋਸ਼ਿਸ਼ ਕੀਤੀ ਆ। ਤੇ ਕਰਕੇ ਕਿਤੇ ਨਾ ਕਿਤੇ ਡਗਮਗਾਉਂਦੇ, ਕਿਉਂਕਿ ਸਪੈਂਡਿੰਗ ਵਾਲੇ ਬੰਨੇ ਨੂੰ ਬਹੁਤ ਜ਼ਿਆਦਾ ਧਿਆਨ ਇਹਨਾਂ ਦਾ ਜ਼ਿਆਦਾ ਹੁੰਦਾ, ਇਨਫਰਾਸਟ੍ਰਕਚਰ ਤੇ ਬਾਹਲਾ ਇਹਨਾਂ ਦਾ ਫੋਕਸ ਨਹੀਂ ਹੁੰਦਾ। ਸੋ ਜਦੋਂ ਤੁਸੀਂ ਦੋਵਾਂ ਪਾਰਟੀਆਂ ਨੂੰ ਕਿਤੇ ਨਾ ਕਿਤੇ ਵੇਖਦੇ ਆ, ਲੋਕ ਫਿਰ ਦੇਖਦੇ ਇਕਨੋਮਿਕਲੀ ਤੌਰ ਤੇ ਜਿਹੜੀ ਟੋਰੀ ਪਾਰਟੀ ਹੈਗੀ ਉਹਨਾਂ ਦਾ ਇੱਕ ਸਟਰੋਂਗ ਫੁਟਿੰਗ ਹੈਗੀ ਹੈ ਜੀ। ਪੰਜਾਬੀ ਕਮਿਊਨਿਟੀ ਜਾਂ ਭਾਰਤੀ ਭਾਈਚਾਰਾ ਜਿਹੜਾ ਆ ਇਹ ਬਾਕੀ ਕੈਨੇਡੀਅਨ ਕਮਿਊਨਿਟੀ ਵਾਂਗੂ ਹੀ ਸੋਚਦਾ ਆ ਵੋਟਾਂ ਵੇਲੇ, ਜਾਂ ਇਹਨਾਂ ਦਾ ਜਿਹੜਾ ਬਿਹੇਵੀਅਰ ਆ ਉਹ ਬਾਕੀਆਂ ਨਾਲੋਂ ਵੱਖਰਾ ਹੁੰਦਾ? ਬਿਲਕੁਲ ਜੀ, ਵੱਖਰਾ ਹੁੰਦਾ ਆ। ਬਹੁਤ ਛੋਟੀ ਪਰਸੈਂਟੇਜ ਆ, 10-15-20% ਲੋਕ ਜਿਹੜੇ ਕਿ ਮੁੱਦਿਆਂ ਦੀ ਰਾਜਨੀਤੀ ਦੇ ਬਾਰੇ ਸੋਚਦੇ ਆ, ਉਹ ਦੇਖ ਕੇ ਵੋਟ ਪਾਉਂਦੇ ਆ। ਅਦਰਵਾਈਜ਼ ਬਹੁਤੇ ਤਾਂ ਫਿਰ ਜਿਹੜਾ ਭਾਈ ਭਤੀਜਾਵਾਦ ਦੇਖ ਕੇ ਜੀ ਵੀ ਸਾਨੂੰ ਇਸ ਪਾਰਟੀ ਨੇ ਸੱਦਿਆ ਸੀਗਾ, ਸਾਡਾ ਮਾਮਾ ਕਹਿ ਗਿਆ ਸੀਗਾ ਵੀ ਇਸੇ ਪਾਰਟੀ ਨੂੰ ਵੋਟਾਂ ਪਾਉਣੀਆਂ ਆ, ਆਪਣਾ ਆਸਾਨ ਆ ਇਹਨਾਂ ਦੇ ਉੱਤੇ ਬਹੁਤ। ਤੇ ਜਾਂ ਫਿਰ ਬੰਦਿਆਂ ਦੇ ਮਗਰ ਲੱਗ ਕੇ ਜੀ ਬੰਦਾ ਕਿਹੜਾ ਫੜਨਾ ਸੌਖਾ, ਕਿਹੜਾ ਸਾਡੇ ਵਿਆਹ ਭੋਗ ਤੇ ਆ ਸਕਦਾ ਆ, ਕਿਹਦੇ ਨਾਲ ਤਸਵੀਰਾਂ ਖਿਚਾ ਸਕਦੇ ਆ, ਟੌਰ ਬਣਾ ਸਕਦੇ ਆ। ਇਹ ਗੱਲਾਂ ਦੇਖ ਕੇ ਵੋਟਾਂ ਜ਼ਿਆਦੀਆਂ ਜਿਹੜੀਆਂ ਪਾਈਆਂ ਜਾਂਦੀਆਂ। ਮੁੱਦਿਆਂ ਦੀ ਰਾਜਨੀਤੀ ਤੋਂ ਪੰਜਾਬੀ ਭਾਈਚਾਰਾ, ਭਾਰਤੀ ਭਾਈਚਾਰਾ ਬਹੁਤ ਦੂਰ ਹੈ ਜੀ। ਜਿਸ ਕਾਰਨ ਮੈਂ ਉਹ ਗੱਲ ਐਡ ਕਰਨਾ ਚਾਹੁੰਦਾ, ਜੇਕਰ ਮੁੱਦੇ ਦੀ ਗੱਲ ਕੀਤੀ ਜਾਵੇ ਨਾ, ਹੁਣ ਪੰਜਾਬੀ ਆਪਣੇ ਭਾਈਚਾਰੇ ਦੇ ਵਿੱਚ ਹੁਣ ਸਭ ਤੋਂ ਵੱਡਾ ਮੁੱਦਾ ਜਿਹੜਾ ਹੈਗਾ ਉਹ ਗੈਂਗ ਵਾਇਲੈਂਸ ਦਾ ਹੈਗਾ, ਡਰੱਗ ਹਿੱਸਾ ਦਾ ਹੈਗਾ। ਚਾਹੇ ਉਹ ਜਿਹੜਾ ਮੁੱਦਾ ਹੈਗਾ ਉਹ ਹੈ ਤੇ ਵੈਸੇ ਲੋਕਲ ਆਪਣੇ ਸੂਬਾ ਸਰਕਾਰ ਦੇ ਕੰਟਰੋਲ ਥੱਲੇ ਹੈ ਨਾ, ਪਰ ਜਿਹੜਾ ਉਹਨੂੰ ਕੰਟਰੋਲ ਕਰਨ ਵਾਲਾ ਕ੍ਰਿਮੀਨਲ ਕੋਡ ਹੈ ਜੀ ਉਹ ਫੈਡਰਲ ਗਵਰਨਮੈਂਟ ਤਿਆਰ ਕਰਦੀ ਹੈ ਆਲਵੇਸ ਨਾ। ਸੋ ਜੇ ਹੁਣ ਕਾਨੂੰਨ ਹੈ, ਤੁਸੀਂ ਪਿਛਲੇ ਵੇਖਿਆ ਹੋਣਾ ਕਿ ਫੈਡਰਲ ਜਿਹੜੇ ਲਾਅ ਹੈਗੇ, ਕ੍ਰਿਮੀਨਲ ਜਿਹੜੇ ਲਾਅ ਹੈਗੇ ਆ,
ਉਹਨਾਂ ਦੀਆਂ ਚੋਰ ਮੂਰੀਆਂ ਕਰਕੇ ਬਹੁਤ ਸਾਰੇ ਗੈਂਗਸਟਰ ਹੈਗੇ ਆ, ਬਹੁਤ ਸਾਰੇ ਬੰਦੇ ਹੈਗੇ ਜਿਹਨਾਂ ਨੂੰ ਪੁਲਿਸ ਨੇ ਫੜਿਆ ਵੀ ਆ, ਉਹ ਵਿਦਆਊਟ ਐਨੀ ਪ੍ਰੋਸੀਡਿੰਗ ਤੋਂ ਬਿਨਾਂ ਉਹ ਬਚ ਜਾਂਦੇ ਰਹੇ ਆ। ਸੋ ਉਹ ਵੀ ਇੱਕ ਮੁੱਦਾ ਹੈਗਾ ਜਿਹੜਾ ਪੰਜਾਬੀਆਂ ਨੂੰ ਜਾਂ ਆਪਣੀ ਕਹਿ ਲਓ ਲੋਕਾਂ ਨੂੰ ਉਭਾਰਨ ਦੀ ਲੋੜ ਹੈਗੀ ਹੈ ਕਿ ਜਿਹੜਾ ਕ੍ਰਿਮੀਨਲ ਕੋਡ ਹੈਗਾ, ਕਿ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਬੈਠੇ ਆ ਘੱਟੋ ਘੱਟ ਉਸ ਮੁੱਦੇ ਨੂੰ ਉਭਾਰਨ, ਪਾਰਲੀਮੈਂਟ ਵਿੱਚ ਜਾ ਕੇ ਬੋਲਣ ਕਿ ਹਾਂ ਵੀ ਜਿਹੜਾ ਕ੍ਰਿਮੀਨਲ ਕੋਡ ਹੈਗਾ ਉਹਨੂੰ ਇਹੋ ਜਿਹਾ ਟਾਈਟ ਕੀਤਾ ਜਾਵੇ, ਜਿਹੜੀਆਂ ਚੋਰ ਮੋਰੀਆਂ ਹੈਗੀਆਂ ਬੰਦ ਕੀਤੀਆਂ ਜਾਣ, ਕਿ ਜਿਹੜੇ ਗੈਂਗ ਵਾਇਲੈਂਸ ਆ ਜਾਂ ਜਿਹੜੇ ਡਰੱਗ ਜਿਹੜੇ ਬੰਦੇ ਪੁਲਿਸ ਫੜਦੀ ਆ ਉਹ ਆਸਾਨੀ ਨਾਲ ਉਹਦੇ ਵਿੱਚੋਂ ਨਿਕਲ ਨਾ ਸਕਣ ਜੀ। ਇੱਕ ਵਾਰੀ ਹੋਰ ਤੁਹਾਨੂੰ ਸਵਾਲ ਕਰਨਾ ਪੈਣਾ ਇਹਨਾਂ ਦੇ ਨਾਲ ਲੱਗਦਾ ਹੀ, ਜਿਹੜੇ ਇੱਥੋਂ ਦੇ ਲੋਕ ਆ ਬਹੁਤੇ ਪੱਤਰਕਾਰ ਪੰਜਾਬ ਦੀਆਂ ਗੱਲਾਂ ਜ਼ਿਆਦਾ ਕਰੀ ਜਾਂਦੇ, ਇੱਥੇ ਦੀ ਗੱਲਬਾਤ ਨਹੀਂ ਹੁੰਦੀ। ਇਹ ਨਹੀਂ ਕਿ ਅਸੀਂ ਐਲੀਨੇਟਡ ਰਹਿ ਕੇ ਹੁਣ ਇਹਦੇ ਚ ਇਨਵੋਲਵ ਹੀ ਨਹੀਂ ਹੋਏ ਕਿ ਸਭ ਤੋਂ ਵੱਧ ਮੁੰਡੇ ਇੱਥੇ ਮਰ ਰਹੇ ਆ, ਉਹ ਇਸ਼ੂ ਹੀ ਨਹੀਂ ਮਰ ਰਿਹਾ ਤੁਹਾਡਾ। ਪੰਜਾਬ ਦੀ ਗੱਲ ਕਰਨੀ ਸੌਖੀ ਆ ਜੀ, ਪੰਜਾਬੀ 'ਚ ਅਖਬਾਰਾਂ ਛਪਦੀਆਂ ਆ, ਪੜ੍ਹ ਕੇ ਗੱਲ ਕਰਨੀ ਬੜੀ ਸੌਖੀ ਆ। ਇੱਥੇ ਕੰਮ ਕਰਨ ਦੇ ਵਾਸਤੇ, ਗੱਲ ਕਰਨ ਦੇ ਲਈ ਪਹਿਲਾਂ ਹੋਮਵਰਕ ਕਰਨਾ ਪੈਂਦਾ ਆ। ਸੌਰੀ ਟੂ ਸੇ ਸਾਡੇ ਬਹੁਤੇ ਪੱਤਰਕਾਰ ਹੋਮਵਰਕ ਕਰਨ ਤੋਂ ਭੱਜਦੇ ਆ। ਉਹ ਕਹਿੰਦੇ ਪੱਟੀ ਪਟਾਈ ਖਬਰ ਮਿਲ ਜਾਵੇ, ਉਹ 'ਚ ਲੰਮੇ ਪੈ ਜਾਈਏ। ਇਹ ਜਿਹੜੀ ਗੱਲ ਵੱਡੀ ਆ, ਨਾਵਾਂ ਦੀ ਪ੍ਰੋਨਾਂਸੀਏਸ਼ਨ ਕਿੱਦਾਂ ਕਰਨੀ ਆ, ਜਾਣਕਾਰੀ ਕਿਵੇਂ ਲੈਣੀ ਆ, ਪੁਰਾਣੇ ਅੰਕੜੇ ਕਿਵੇਂ ਲੱਭਣੇ ਆ, ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ, ਔਖਾ ਕੰਮ ਆ। ਪੰਜਾਬ ਸਾਰਾ ਕੁਝ ਹੱਥਾਂ ਦੇ ਪਿਆ, ਕੀਤਾ ਕਰਾਇਆ ਪਿਆ, ਜਨਮ ਤੋਂ ਪਤਾ ਵੀ ਕਿਹੜਾ ਕੀ ਕਰਦਾ ਆ। ਸੋ ਇਸ ਕਰਕੇ ਜਿਹੜੇ ਇੱਥੇ ਲੋਕਲ ਮੁੱਦੇ ਆ ਉਹ ਘੱਟ ਸ਼ੂ ਹੋ ਜਾਂਦੇ ਆ, ਬਾਕੀ ਲੋਕ ਵੀ ਜਿਹੜੇ ਇੰਟਰਸਟ ਘੱਟ ਲੈਂਦੇ ਆ। ਸ਼ੁਕਰੀਆ ਜੀ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸਰ। ਦੋਸਤੋ ਅਸੀਂ ਗੱਲਬਾਤ ਕੀਤੀ ਅੱਜ, ਅਗਲੇ ਹਫਤੇ ਫੇਰ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਬਾਤ ਕਰਾਂਗੇ ਕੀ ਸਥਿਤੀ ਬਣਦੀ ਹੈ, ਕਿੱਧਰ ਨੂੰ ਜਾਂਦੀ ਹੈ। ਇਹ ਗੱਲ ਸੱਚਮੁੱਚ ਬਹੁਤ ਮਹੱਤਵਪੂਰਨ ਆ। ਕੈਨੇਡਾ ਦੇ ਜਿਹੜੇ ਮੁੱਦੇ ਆ ਉਹਨਾਂ ਬਾਰੇ ਪਤਾ ਕਰੋ, ਉਹਨਾਂ ਤੇ ਵੋਟ ਪਾਓ। ਇਹ ਇੱਥੋਂ ਦੀ ਕਮਿਊਨਿਟੀ ਦੇ ਵਿੱਚ ਇਨਵੋਲਵ ਹੋਣਾ, ਇਹਦੇ ਵਿੱਚ ਐਸਿਮੀਲੇਟ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।